ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਕੀ ਯੂਥ ਨੂੰ ਜ਼ਿੰਮੇਵਾਰੀਆਂ ਤੁਸੀਂ ਦਿੱਤੀਆਂ ਇਸ ਟਾਈਮ ਤੇ? ਦੇਖੋ ਜੋ ਜ਼ਿੰਮੇਵਾਰੀਆਂ ਅੱਜ ਸਿੱਖ ਕੌਮ ਨਾਲ ਧੱਕੇ ਹੋ ਰਹੇ ਹੈ ਜਾਂ ਪੰਜਾਬ ਨਾਲ ਪੰਜਾਬੀਅਤ ਨਾਲ, ਉਹ ਸਾਰਿਆਂ ਦੇ ਉਸ ਦੇ ਖਿਲਾਫ ਉਹਨੇ ਮੋਰਚਾ ਲਾਉਣਾ, ਮਤਲਬ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਉਹ ਸੰਗਤਾਂ ਦਾ ਸਹਿਯੋਗ ਲੈ ਕੇ ਉਹਨਾਂ ਤੇ ਕੰਮ ਕਰਨਾ ਵੀ ਅਸੀਂ ਆਪਣੇ ਹੱਕ ਲੈ ਸਕੀਏ। ਕੀ ਹੋਰ ਕਾਰਜ ਹੋਣਗੇ, ਪੰਥਕ ਸਰਗਰਮੀਆਂ ਤੁਹਾਡੀਆਂ ਹੋਣਗੀਆਂ, ਕਿਸਾਨੀ ਮੁੱਦੇ ਤੁਹਾਡੇ ਨਾਲ ਲੈ ਕੇ ਚੱਲੋਗੇ ਤੁਸੀਂ, ਹੋਰ ਕਿਹੜੇ ਕਾਰਜ ਕਰੋਗੇ? ਵੇਖੋ ਕਾਰਜ ਜਿਸ ਤਰ੍ਹਾਂ ਜੀ ਕਿਸਾਨੀ ਮੁੱਦੇ ਜਿਵੇਂ ਆਪ ਜੀ ਨੇ ਦੱਸਿਆ ਆ, ਉਹਨਾਂ ਤੋਂ ਉਪਰੰਤ ਜਿੰਨੇ ਵੀ ਪੰਥਕ ਕਾਰਜ ਹੋਣਗੇ, ਪੰਥਕ ਕਾਰਜਾਂ ਤੋਂ ਇਲਾਵਾ ਕੋਈ ਵੀ ਆ, ਚਾਹੇ ਸਮਾਜਿਕ ਜੋ ਵੀ ਕੁਰੀਤੀਆਂ ਇਸ ਵੇਲੇ ਚੱਲ ਰਹੀਆਂ ਨੇ, ਅਸੀਂ ਹਰੇਕ ਸਮਾਜਿਕ ਕੁਰੀਤੀ ਦਾ ਡਟ ਕੇ ਵਿਰੋਧ ਕਰਾਂਗੇ। ਅੱਜ ਲੋੜ ਸੀ ਇਸ ਚੀਜ਼ ਦੀ। ਯੂਥ ਜਿਹੜਾ ਗਾੜੀ ਆਇਆ, ਯੂਥ ਨੂੰ ਮੌਕਾ ਨਹੀਂ ਦਿੱਤਾ ਗਿਆ। ਹਮੇਸ਼ਾ ਹੀ ਜਿਹੜੇ ਉਹ ਜਿਹੇ ਚਾਰ ਪੁਰਸ਼ ਜਿਹੜੇ ਬੰਦੇ ਸੀ ਉਹ ਗਾੜੀ ਆਉਂਦੇ ਰਹੇ ਨੇ। ਇਸ ਟਾਈਮ ਲੀਡਰਸ਼ਿਪ ਤੋਂ ਗੁਰੂ ਪਿਆਰੀ ਸਾਧ ਸੰਗਤ ਦਾ ਭਰੋਸਾ ਚੁੱਕਿਆ ਗਿਆ ਵਾ ਤਕਰੀਬਨ, ਪਰ ਫਿਰ ਵੀ ਇੱਕ ਕਿਰਨ ਜਾਗੀ ਆ ਭਾਈ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜੋ ਇਹ ਜਥੇਬੰਦੀ ਐਲਾਨੀ ਗਈ ਆ ਕਿ ਬਿਲਕੁਲ ਤੁਸੀਂ ਭਰੋਸਾ ਜਤਾ ਸਕਦੇ ਹੋ, ਕਿਉਂਕਿ ਇਹ ਬਿਲਕੁਲ ਨਿਰੋਲ ਨੌਜਵਾਨਾਂ ਦੀ ਜਥੇਬੰਦੀ ਹੈ। ਪਹਿਲਾਂ ਕੀ ਸਮੱਸਿਆ ਆਉਂਦੀ ਹੈ ਵੀ ਜਿਹੜੇ ਆਗੂ 30 40 ਸਾਲ ਤੋਂ ਆਗੂ ਬਣੀ ਬੈਠੇ ਨੇ, ਉਹੀ ਬੰਦੇ ਜਥੇਬੰਦੀਆਂ ਬਣਾਈ ਜਾਂਦੇ ਨੇ, ਉਹੀ ਬੰਦੇ ਉਹਨੂੰ ਚਲਾਉਂਦੇ ਨੇ, ਤੇ ਉਹਨਾਂ ਨੇ ਜੇ ਪਹਿਲਾਂ ਕੁਝ ਨਹੀਂ ਕੀਤਾ ਤੇ ਦੁਬਾਰਾ ਕੀ ਕਰਨਗੇ? 10 ਕਾਲਜਾਂ ਦੇ ਆਲਰੇਡੀ ਪ੍ਰਧਾਨ ਜੋ ਕਿ ਪਿਛਲੇ ਸਾਲਾਂ ਦੇ ਵਿੱਚ ਪ੍ਰਧਾਨ ਸੀਗੇ, ਕੰਟੀਨਿਊਸ਼ਨ ਹੈ, ਕਰੋਨਾ ਕਰਕੇ ਕਾਲਜ ਨਹੀਂ ਖੋਲੇ, ਉਹਨਾਂ ਦੀ ਪ੍ਰਧਾਨਗੀ ਔਰ ਪ੍ਰਧਾਨ ਜਿਹੜੇ ਨੇ ਅੱਜ ਆਪਣੀ ਸਾਰੀ ਸਪੋਰਟ, ਆਪਣੀ ਸ਼ਕਤੀ ਜਿਹੜੀ ਨੇ ਉਹ ਅਨਕੰਡੀਸ਼ਨਲ ਉਹਨਾਂ ਨੇ ਆਫਰ ਕੀਤੀ ਹੈ। श्री भगवत जी सहाय वाह श्री भगवती जी की पातशाही दसवीं प्रथम भगवती सिमर चाहे गुरु नानक लई ते आए, श्री अंगद गुर ते अमरदास रामदास हुई सहाय, अर्जुन हर गोबिंद नो सिमरो श्री हर राय, श्री हर कृष्ण ते आइए जिसके सब दुख जाए, तेग बहादुर सिमरिया करना ते आवे सहाय, सब साई होए सहाय, सब साई होए सहाय। दसवें पातशाह साहिब सतगुरु श्री गुरु गोबिंद सिंह साहब जी महाराज सब छाई होए सहाय, दसों ही पातशाहियों के ज्योति स्वरूप चवर तख्त छतर दे बालक हजूर हाजरा हजूर सर्व कला सम्राट साहिब सतगुरु श्री गुरु ग्रंथ साहब जी के दर्शन दीदार जीवों का ध्यान तार खालसा जी साहिब बोलो जी। सतगुरु जी के साजे नवाजे 5 प्यारे, 4 साहिबजादे, 40 मुक्ते, सूर शहीदां मुरीदां हटियां जपियां तपियां, जिन्हां ने नाम जपिया वन की छगिया देख चलाई, तेग वाही देख चैन दे कीता जी, तिन्हां प्यारियां सत्यारियां दी पवित्र कमाई का ध्यान तार खालसा जी साहिब बोलो जी। धर्महीन सीस दिते असह ते अकह कई साहब जो शहीद होए, जंडा नाल बन के साड़े गए, पट्टियां भी झोके गए, कीमा कीते गए, आप जी के पहन में विखा करके मनिया जी। तिन्हां पुरातन ते वर्तमान समय के समूह शहीद सिंघां ਸਿੰਘਣੀਆਂ की पवित्र कमाई का ध्यान तार खालसा जी साहिब बोलो जी। पंजां तख्तां
ਵੱਖ-ਵੱਖ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਜੀਓ ਕਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਬੇਨਤੀ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਜੀ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ ਦੇਖ ਸਿੰਘ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਉਤਸਾਹ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ਨ ਇਸ਼ਨਾਨ ਬਖਸ਼ੋ ਜੀ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਰਹਿਣ ਧਰਮ ਦਾ ਜੈ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕੇ ਰਾਖੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਪਿਤਾ ਜੀਓ 150 ਸਾਲ ਹੋਰ ਗੁਰਦੁਆਰੇ ਗੁਰਪਹਾਮ ਹੈ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣੀਆਂ ਦੇ ਮਾਨ ਸਤਿਗੁਰੂ ਨਿਤਾਣੀਆਂ ਦੇ ਤਾਨ ਸਤਿਗੁਰੂ ਨਾਵਟਿਆਂ ਦੀ ਓੜ ਸਤਿਗੁਰੂ ਤਨ ਸਤਿਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਤੇ ਮਾਲਕ ਧਰਮੀ ਪਿਤਾ ਗਰੀਬ ਨਵਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ ਧਰਮੀ ਪਿਤਾ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸਮਰਥ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਵਿਖੇ ਅਰਦਾਸ ਬੇਨਤੀ ਹੈ ਆਪ ਜੀ ਦੇ ਕਰੋ ਸਾਜੇ ਨਵਾਜੇ ਕੌਮ ਦੇ ਕੌਮੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਤਿੰਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੈ ਸਤਿਗੁਰੂ ਜੀ ਸਮੁੱਚੀ ਕੌਮ ਦੇ ਅੰਦਰ ਉਤਸ਼ਾਹ ਵਰਤਾਉਣ ਵਾਸਤੇ ਚੜ੍ਹਦੀ ਕਲਾ ਵਾਸਤੇ ਅਕਾਲ ਯੂਥ ਸਿੱਖ ਨੌਜਵਾਨਾਂ ਦੀ ਜਥੇਬੰਦੀ ਤਿਆਰ ਕਰਨ ਵਾਸਤੇ ਸਤਿਗੁਰੂ ਆਪ ਹਰਗੋਬਿੰਦ ਸਾਹਿਬ ਆਪ ਜੀ ਦੇ ਚਰਨ ਕਮਲਾਂ ਵਿਖੇ ਓਟ ਆਸਰਾ ਲੈਣ ਲਈ ਅਰਦਾਸ ਬੇਨਤੀ ਹੈ ਕਿਰਪਾ ਕਰੋ ਗਰੀਬ ਨਵਾਜ ਸੱਚੇ ਪਾਤਸ਼ਾਹ ਸਿੱਖ ਨੌਜਵਾਨਾਂ ਵਿੱਚ ਕਿਰਪਾ ਕਰੋ ਏਕਤਾ ਸਵਾਗ ਸਮੁੱਚੀ ਕੌਮ 'ਚ ਚੜ੍ਹਦੀ ਕਲਾ ਪ੍ਰਦਾਨ ਕਰੋ ਸਤਿਗੁਰੂ ਜੀ ਧਰਮ ਦਾ ਪ੍ਰਚਾਰ ਹੋਵੇ ਚੜ੍ਹਦੀ ਕਲਾ ਹੋਵੇ ਪੰਥ ਦੋਖੀਆਂ ਦਾ ਜ਼ਾਲਮ ਜ਼ੁਲਮ ਕਰਨ ਵਾਲਿਆਂ ਦਾ ਨਾਸ ਹੋਵੇ ਥਾਵਾਂ ਥਾਵਾਂ ਤੇ ਸਤਿਗੁਰੂ ਆਪਦੇ ਪਾਵਨ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੱਕੇਸ਼ਾਹੀਆਂ ਹੋ ਰਹੀਆਂ ਨੇ ਕਿਸਾਨ ਵੀਰ ਮੋਰਚੇ ਲਾਈ ਬੈਠੇ ਨੇ ਇਹਨਾਂ ਨੂੰ ਸਫਲਤਾ ਹੀ ਬਖਸ਼ੋ ਸੱਚੇ ਪਾਤਸ਼ਾਹ ਕੌਮ ਦੇ ਅੰਦਰ ਏਕਤਾ ਸਵਾਗ ਬਾਣੀ ਬਣ ਤਿਆਰ ਪ੍ਰਤਿਆਰ ਆਪਣਾ ਸਤਿਕਾਰ ਆਪ ਕਰਵਾਓ ਸਤਿਗੁਰੂ ਚੜ੍ਹਦੀ ਕਲਾ ਬਖਸ਼ੋ ਭਾਈ ਸਾਹਿਬ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੇਤ ਜਿੰਨੇ ਕੌਮ ਦੇ ਵੀਰ ਜੇਲ੍ਹਾਂ 'ਚ ਸੱਚੇ ਪਾਤਸ਼ਾਹ ਲੰਮੇ ਅਰਸੇ ਤੋਂ ਰੋਲ ਰਹੇ ਨੇ ਜਵਾਨੀਆਂ ਰੋਲ ਰਹੀਆਂ ਨੇ ਗਰੀਬ ਨਵਾਜ ਕਿਰਪਾ ਕਰੋ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਕੇ ਰਿਹਾਈਆਂ ਬਖਸ਼ੋ ਸਾਰੇ ਵੀਰ ਜੇਲ੍ਹਾਂ 'ਚ ਰਿਹਾ ਹੋ ਕੇ ਆਪੋ ਆਪਣੇ ਘਰਾਂ ਵਿੱਚ ਕੌਮ ਦੇ ਕਾਰਜਾਂ ਨੂੰ ਸਫਲ ਕਰਨ ਵਾਸਤੇ ਯਤਨਸ਼ੀਲ ਹੋਣ ਸਤਿਗੁਰੂ ਦੇ ਕਿਰਪਾ ਕਰੋ ਕੌਮ ਦਾ ਘਰ ਘਰ ਬਖਸ਼ੋ ਕੌਮ ਦੀ ਵਿਗੜੀ ਹੋਈ ਸਵਾਰੋ ਕੌਮ ਨੂੰ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਪ੍ਰਦਾਨ ਕਰੋ ਜੀ ਇਹ ਜਥੇਬੰਦੀ ਨੂੰ ਆਪ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣੀ ਨਿਰੋਲ ਧਰਮ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਕਰਾਉਣ ਵਾਸਤੇ ਉਦਮ ਉਤਸ਼ਾਹ ਬਖਸ਼ਿਸ਼ ਕਰਨਾ ਸਤਿਗੁਰੂ ਇਹ ਕਲਾ ਵਰਤਾਉਣੀ ਸਤਿਗੁਰੂ ਜੀ ਇਹਨਾਂ ਕਾਰਜਾਂ ਦੀ ਪੂਰਤੀ ਵਾਸਤੇ ਆਪ ਜੀ ਦੇ ਚਰਨ ਪਰਸਿਆ ਹੋਇਆ ਨੇਤਰੇਮ 24 ਸਾਲ ਦੇ ਪਾਠ ਵਾਹਿਗੁਰੂ ਮੰਤਰ ਦਾ ਸੰਗਤਾਂ ਵੱਲੋਂ ਸਿਮਰਨ ਕੀਤਾ ਗਿਆ ਸਤਿਗੁਰੂ ਆਪ ਕਿਰਪਾ ਕਰੋ ਗਰੀਬ ਨਵਾਜ ਅੰਗ ਸੰਗ ਹੋ ਕੇ ਸਹਾਈ ਹੋਵੋ ਸੱਚੇ ਪਾਤਸ਼ਾਹ ਜੀ ਇਸ ਵੇਲੇ ਦੀ ਅਰਦਾਸ ਸਮੁੱਚੀਆਂ ਸੰਗਤਾਂ ਦੀ ਸਵੀਕਾਰ ਕਰਨੀ ਸਤਿਗੁਰੂ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਸਤਿਗੁਰੂ ਕਿਰਪਾ ਕਰੋ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਨੂੰ ਭੋਗ ਲੱਗੇ ਰਸਨੀ ਲੈ ਕੇ ਸੰਗਤਾਂ 'ਚੋਂ ਵਰਤੇ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰੋ ਕੌਮ ਦੀ ਵਿਗੜੀ ਸਵਾਰ ਲਓ ਸੱਚੇ ਪਾਤਸ਼ਾਹ ਜੀ ਸਤਿਗੁਰੂ ਕਿਰਪਾ ਕਰੋ ਸੰਸਾਰ ਦੇ ਅੰਦਰ ਸੱਚ ਦਾ ਬੋਲ ਬਾਲਾ ਧਰਮ ਦਾ ਪ੍ਰਚਾਰ ਹੋਵੇ ਕੂੜਨ ਖੁੱਟੇ ਨਾਨਕਾ ਓਟ ਸੱਚ ਰਹੀ ਇਹ ਕਿਰਪਾ ਸੱਚੇ ਪਾਤਸ਼ਾਹ ਕੌਮ ਦੇ ਅੰਦਰ ਕਿਰਪਾ ਕਰਕੇ ਕਰ ਲਓ ਸਾਡੀਆਂ ਭੁੱਲਾਂ ਸਾਡੀਆਂ ਗਲਤੀਆਂ ਕਦੇ ਨਾ ਚਿਤਾਰੋ ਸੱਚੇ ਪਾਤਸ਼ਾਹ ਕਿਰਪਾ ਕਰੋ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਵਾਲੀ ਕਿਰਪਾ ਕਰੋ ਸੁਖ ਵਰਤਾਓ ਸਤਿਗੁਰੂ ਸਰਬੱਤ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ
ਸਾਰੇ ਕਾਲਜਾਂ 'ਚ ਹਰ ਦੀਵਾਨ ਹਰ ਮੈਦਾਨ ਫਤਿਹ ਜਾਪੀ ਬਖਸ਼ਣੀ ਗਰੀਬ ਪਰਵਾਜ ਜਥੇਦਾਰ ਗਿਆਨੀ ਜਗਤਾਰ ਸਿੰਘ ਜੀ ਹਵਾਰਾ ਨੂੰ ਚੜ੍ਹਦੀ ਕਲਾ ਦੇ ਅਰੋਗਤਾ ਦਾ ਦਾਨ ਬਖਸ਼ਣਾ ਤਾਂ ਕਿ ਕੌਮ ਦੀ ਸੇਵਾ ਚੜ੍ਹਦੀ ਕਲਾ ਨਾਲ ਨਿਭਾ ਸਕਣ। ਰਿਹਾਈਆਂ ਬਖਸ਼ੀਆਂ ਖੁਸ਼ੀਆਂ ਕਿਹੜੇ ਬਖਸ਼ਣੇ ਕੌਮ ਦੀ ਚੜ੍ਹਦੀ ਕਲਾ ਵਰਤਾਉਣੀ ਸੁੱਖ ਹੋਵੇ ਜੀ। ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਬੋਲੇ ਸੋ ਸਿਰਫੇ ਬਹੁਤ ਤੁਸੀਂ ਸਾਈਡ ਤੇ ਆ ਜਾਓ। ਜਰਾ ਖੋਲ ਕੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ। ਸਮੁੱਚੀ ਕੌਮ ਦੇ ਸਰਬ ਪ੍ਰਵਾਨ ਤੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਤਿੰਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਮੁੱਚਾ ਭਾਈਚਾਰਾ ਇੱਥੇ ਇਕੱਠਾ ਹੋਇਆ ਹੈ ਤੇ ਪੰਚ ਪ੍ਰਧਾਨੀ ਅਕਾਲ ਯੂਥ ਜਥੇਬੰਦੀ ਦਾ ਸਥਾਪਨ ਕੀਤਾ ਗਿਆ ਹੈ, ਜਿਹਦੇ 5 ਆਗੂ ਸਾਹਿਬਾਨ ਅੱਗੇ ਲਾ ਕੇ ਸੇਵਾ ਨਿਭਾਉਣਗੇ। ਸਭ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਹੋਇਆਂ ਸਾਰੀ ਸੰਗਤ ਨੇ ਅਰਦਾਸ ਕੀਤੀ, ਬੇਨਤੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਓਟ ਆਸਰਾ ਲਿਆ ਹੈ ਔਰ ਇਹ ਅਕਾਲ ਯੂਥ ਜਥੇਬੰਦੀ ਕੌਮੀ ਸਿਧਾਂਤਾਂ ਤੇ ਔਰ ਕੌਮ ਦੀ ਵਿਗੜੀ ਹੋਈ ਸਵਾਰਨ ਵਾਸਤੇ ਚੜ੍ਹਦੀ ਕਲਾ ਨਾਲ ਜਥੇਦਾਰ ਜੀ ਦੇ ਹੁਕਮ ਤੇ ਪਹਿਰਾ ਦਿੰਦਿਆਂ ਹੋਇਆਂ ਇਹ ਪੰਥ ਦੀ ਨਿੱਘਰ ਸੇਵਾ ਚੜ੍ਹਦੀ ਕਲਾ ਦੀ ਸੇਵਾ ਕਰਨ ਲਈ ਵਚਨਬੱਧ ਹੈ। ਜੋ ਸਾਡੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਨੇ, ਥਾਵਾਂ ਥਾਵਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਜਾ ਰਿਹਾ, ਕਿਸੇ ਨੂੰ ਪਾਗਲ ਤੇ ਕਿਸੇ ਨੂੰ ਕੁਛ ਕਹਿ ਕੇ ਛੱਡ ਦਿੱਤਾ ਜਾਂਦਾ ਹੈ, ਕੋਈ ਇਨਸਾਫ ਨਹੀਂ ਮਿਲ ਰਿਹਾ। ਗਰੀਬ ਜਨਤਾ ਜਿਹੜੀ ਆ, ਧੀਆਂ ਤੇ ਭੈਣਾਂ, ਉਹਨਾਂ ਦੇ ਦਿਨ ਦਿਹਾੜੇ ਰੇਪ ਹੋ ਰਹੇ ਨੇ ਔਰ ਉਹਨਾਂ ਦੇ ਕਤਲੇਆਮ ਹੋ ਰਹੇ ਨੇ, ਲੜਕੀਆਂ ਤੇ ਤੇਜ਼ਾਬ ਪਾਏ ਜਾ ਰਹੇ ਨੇ। ਜਨਤਾ ਵਿਚਾਰੀ ਇਨਸਾਫ ਲਈ ਤਰਸਦੀ ਸੜਕਾਂ ਤੇ ਧੱਕੇ ਖਾ ਰਹੀ ਹੈ ਤੇ ਮੋਦੀ ਦੀ ਹਕੂਮਤ ਤੇ ਉਹਦੇ ਸਾਰੇ ਨਾਲ ਦੇ ਸਾਥੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਨੇ। ਉਹਨਾਂ ਨੂੰ ਜਗਾਉਣ ਵਾਸਤੇ ਅਤੇ 3 ਆਰਡੀਨੈਂਸ ਜਿਹੜੇ ਦਿੱਲੀ ਤੋਂ ਜਾਰੀ ਹੋਏ ਨੇ, ਪੰਜਾਬ ਦੀ ਔਰ ਹਰਿਆਣਾ ਹੋਰ ਸਾਰੇ ਸਟੇਟਾਂ ਦੀ ਜਿੰਨੀ ਕਿਸਾਨੀ ਹੈ ਉਹਨੂੰ ਮਲੀਆ ਮੇਡ ਕਰਨ ਵਾਸਤੇ ਆਰਡੀਨੈਂਸ ਬਣ ਗਏ ਨੇ ਔਰ ਸਾਰੇ ਵੀਰ ਕਿਸਾਨ ਥਾਵਾਂ ਥਾਵਾਂ ਤੇ ਟੋਲਾਂ ਤੇ ਹੋਰ ਥਾਵਾਂ ਤੇ ਸੜਕਾਂ ਤੇ ਰੇਲਾਂ ਤੇ ਪਟੜੀਆਂ ਤੇ ਧਰਨੇ ਮਾਰ ਕੇ ਬੈਠੇ ਨੇ। ਇਹ ਜਿਹੜੀ ਅਕਾਲ ਯੂਥ ਬਣਾਈ ਗਈ ਹੈ, ਉਹਨਾਂ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਉਹਨਾਂ ਦੇ ਜਿਸ ਆਰਡੀਨੈਂਸ ਦੀ ਵਿਰੋਧਤਾ ਵਾਸਤੇ ਉਹ ਮੋਰਚਾ ਲਾਈ ਬੈਠੇ ਨੇ, ਡਟ ਕੇ ਸਾਥ ਦੇਵੇਗੀ ਔਰ ਡਟ ਕੇ ਹਮਾਇਤ ਕਰੇਗੀ ਔਰ ਸਾਰੇ ਨੌਜਵਾਨ, ਸਾਰੇ ਬਜ਼ੁਰਗ, ਸਾਰੇ ਭੈਣਾਂ ਵੀਰ ਡਟ ਕੇ ਸਾਨੂੰ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦਾ ਸਾਥ, ਇਸ ਜਥੇਬੰਦੀ ਦੇ ਨਾਲ ਮੋਢਾ ਢਾ ਕੇ ਸਾਨੂੰ ਸਾਰਿਆਂ ਨੂੰ ਸਾਥ ਦੇਣ ਦੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਔਰ ਸਾਰੇ ਸਾਥ ਨਿਭਾਓ।
ਕੁਝ ਦਿਨਾਂ ਵਿੱਚ ਪ੍ਰੋਗਰਾਮ ਉਲੀਕ ਕੇ ਥੋੜੇ ਦਿਨਾਂ ਵਿੱਚ ਹੀ ਇਹ ਸਮੁੱਚੇ ਸਾਰੇ ਵੀਰ ਸ਼ੰਭੂ ਬਾਰਡਰ ਤੇ ਜਿੱਥੇ ਵੀ ਯੋਗ ਸਮਝਣਗੇ ਕਿਸਾਨਾਂ ਦੇ ਮੋਰਚੇ ਵਿੱਚ ਅਸੀਂ ਸਾਰੇ ਉੱਥੇ ਵੀ ਸ਼ਮੂਲੀਅਤ ਕਰਾਂਗੇ। ਉਹਨਾਂ ਵੀਰਾਂ ਦੇ ਨਾਲ ਵੀ ਦੁੱਖ ਵਿੱਚ ਦੁੱਖ ਸ਼ਰੀਕ ਹੋਵਾਂਗੇ। ਇਹ ਤੁਹਾਨੂੰ ਸਾਰਿਆਂ ਦੀ ਬੇਨਤੀ ਹੈ। ਮੈਂ ਮੀਡੀਆ ਦਾ ਸਾਰੇ ਵੀਰਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਸਮਾਂ ਕੱਢ ਕੇ ਇਸ ਜਥੇਬੰਦੀ ਦੇ ਨਾਲ ਸਾਥ ਦੇਣ ਵਾਸਤੇ ਪਹੁੰਚੇ ਹੋ। ਸਭ ਦਾ ਭਾਈ ਬਹੁਤ ਬਹੁਤ ਧੰਨਵਾਦ। ਸਾਰੇ ਵੀਰਾਂ ਦਾ, ਸੰਗਤਾਂ ਦਾ, ਪਹੁੰਚੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਦਮਦਮੀ ਟਕਸਾਲ ਸ਼ੁਰੂ ਤੋਂ ਹੀ ਜਥੇਬੰਦੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਆਪਣਾ ਜਥੇਦਾਰ ਮੰਨਦੀ ਰਹੀ ਹੈ। ਉਹਨਾਂ ਦੇ ਹੁਕਮ ਤੇ, ਹਰ ਹੁਕਮ ਤੇ ਪਹਿਰਾ ਦੇਣ ਲਈ ਵੀ ਅਸੀਂ ਵਚਨਬੱਧ ਹਾਂ। ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਉਹਨਾਂ ਦੇ ਨਾਲ ਦੇ ਸਾਥੀ ਜਥੇਦਾਰ ਜੀ ਸਮੇਤ ਰਿਹਾਈਆਂ ਹੋਣ ਤਾਂ ਕਿ ਉਹ ਕੌਮ ਦੇ ਅੰਦਰ ਵਿਚਰ ਕੇ ਪੰਥ ਦੀ ਨਿੱਘਰ ਸੇਵਾ ਕਰ ਸਕਣ। ਇਹ ਗੁਰੂ ਚਰਨਾਂ 'ਚ ਅਰਦਾਸ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਵੇਖੋ, ਜਿਹੜੇ 5 ਇਹਨਾਂ ਦੇ ਆਗੂ ਸਾਹਿਬਾਨ ਨਿਯਤ ਕੀਤੇ ਨੇ, ਉਹ ਪੰਜੇ ਸਲਾਹ ਕਰਕੇ ਜਿਹੜਾ ਪ੍ਰੋਗਰਾਮ ਸਾਨੂੰ ਸਾਰਿਆਂ ਨੂੰ ਦੇਣਗੇ ਉਹਦੇ ਮੁਤਾਬਕ ਅਸੀਂ ਸਾਰੇ ਚੱਲਾਂਗੇ। 5 ਪ੍ਰਧਾਨੀ ਇਹ ਕਾਇਮ ਕੀਤੀ ਗਈ ਹੈ ਨਾ, ਜੋ 5 ਸਿੰਘ ਫੈਸਲਾ ਦਿਆ ਕਰਨਗੇ ਉਹਦੇ ਮੁਤਾਬਕ ਆਪਾਂ ਅਗਲਾ ਜਿਹੜਾ ਵਿਚਾਰ ਹੋਊਗਾ ਉਹਦੇ ਤੇ ਫੁੱਲ ਚੜਾਵਾਂਗੇ। 5 ਮੈਂਬਰ ਕਿਹੜੇ ਜੀ? ਭਾਈ ਜਸਵਿੰਦਰ ਸਿੰਘ ਜੀ ਰਾਜਪੁਰਾ, ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ, ਭਾਈ ਸਤਵੰਤ ਸਿੰਘ ਜੀ ਸਤੀ ਤੇ ਭਾਈ ਬਲਬੀਰ ਸਿੰਘ ਜੀ ਖਡੂਰ ਸਾਹਿਬ ਤਰਨਾ ਦਲ, ਭਾਈ ਮਹਾ ਸਿੰਘ ਇਹ ਆਦ 5 ਸਿੰਘ ਹੋਣਗੇ। ਇਹਦੀ ਸਾਰੀ ਅਗਵਾਈ ਕਰਨਗੇ। ਜੋ ਇਹਨਾਂ ਨੂੰ ਜਥੇਦਾਰ ਜੀ ਦਾ ਆਦੇਸ਼ ਆਵੇਗਾ ਉਹਦੇ ਮੁਤਾਬਕ ਜੋ ਇਹ ਫੈਸਲਾ ਦੇਣਗੇ ਉਹ ਆਪਾਂ ਸਾਰੇ ਉੱਤੇ ਪਹਿਰਾ ਦੇਵਾਂਗੇ। ਚੱਬੇ ਦੀ ਧਰਤੀ ਤੇ ਇੱਕ ਬਹੁਤ ਵੱਡਾ ਇਕੱਠ ਹੁੰਦਾ ਵਾ, ਸਰਬੱਤ ਖਾਲਸਾ ਹੁੰਦਾ, ਜਿਹਦੇ ਵਿੱਚ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾ ਦਿੱਤਾ ਜਾਂਦਾ। ਉਸ ਤੋਂ ਬਾਅਦ ਦੇ ਵਿੱਚ ਐਕਟੀਵਿਟੀ ਵੀ ਆਪਾਂ ਜਾਣਦੇ ਹਾਂ ਤੇ ਹੁਣ ਤੱਕ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ 'ਚ ਮੋਰਚਾ ਲਾ ਦਿੱਤਾ ਜਾਂਦਾ ਵਾ। ਬੇਅਦਬੀਆਂ ਹੁੰਦੀਆਂ ਬਰਗਾੜੀ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਧਿਆਨ ਸਿੰਘ ਮੰਡ ਤੇ ਲਗਾਤਾਰ ਬਲਜੀਤ ਸਿੰਘ ਦਾਦੂਵਾਲ ਮੋਰਚਾ ਲਾ ਕੇ ਬੈਠਦੇ ਆ। ਕੀ ਮਿਲਿਆ, ਕੀ ਖਟਿਆ, ਕੀ ਗੋਇਆ, ਉਹਦੇ ਬਾਰੇ ਵੀ ਜਾਣਦੇ ਆ ਆਪਾਂ। ਪਰ ਅੱਜ ਗੱਲ ਕਰਾਂਗੇ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੀ, ਜਿਨ੍ਹਾਂ ਵੱਲੋਂ ਅੱਜ ਇੱਕ ਅਕਾਲ ਯੂਥ ਦਾ ਗਠਨ ਕੀਤਾ ਵਾ। ਇਹ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਦੀਆਂ ਤੁਸੀਂ ਵੇਖ ਰਹੇ ਹੋ, ਇਹਦੇ ਵਿੱਚ ਯੂਥ ਤੇ ਆਗੂ ਜਿਹੜੇ ਕਿ ਵੱਖੋ ਵੱਖਰੇ ਥਾਵਾਂ ਤੋਂ ਪਹੁੰਚੇ ਆ। ਇਸ ਟਾਈਮ ਦੇ ਉੱਤੇ ਅੰਮ੍ਰਿਤਸਰ ਸਾਰਾਗੜੀ ਸਾਹਮਣੇ, ਸਾਰਾਗੜੀ ਸਰਾਂ ਜਿਹੜੀ ਆ ਉਹਦੇ ਬਿਲਕੁਲ ਸਾਹਮਣੇ ਇੱਕ ਵੱਡਾ ਇਕੱਠ ਆ। ਵੱਡੇ ਇਕੱਠ ਦੇ ਵਿੱਚ ਇੱਕ ਫੈਸਲਾ ਲਿਆ ਗਿਆ। ਅਕਾਲ ਤਖਤ ਸਾਹਿਬ ਤੋਂ ਪਹਿਲਾਂ ਅਰਦਾਸ ਬੇਨਤੀ ਹੁੰਦੀ ਆ। ਅਰਦਾਸ ਬੇਨਤੀ ਹੋਣ ਉਪਰੰਤ ਇੱਥੇ ਇਕੱਠ ਹੁੰਦਾ ਵਾ। ਇਕੱਠ ਦੇ ਵਿੱਚ ਐਲਾਨ ਕਰ ਦਿੱਤਾ ਜਾਂਦਾ ਵਾ ਕਿ ਅਕਾਲ ਯੂਥ ਜਿਹੜਾ ਕਿ ਪੰਥਕ ਸਰਗਰਮੀਆਂ ਦੇ ਨਾਲ ਜੋ ਕਿਸਾਨੀ ਮੰਗਾਂ ਹੈਗੀਆਂ ਜਾਂ ਹੋਰ ਪੰਥ ਪ੍ਰਤੀ ਕੀ ਲੋੜਾਂ ਹੈਗੀਆਂ ਵਾ ਉਹਦੇ ਵਾਸਤੇ ਗੱਲਬਾਤ ਕਰਦਾ ਰਹੂਗਾ। ਅਕਾਲ ਯੂਥ ਦੇ 5 ਨੁਮਾਇੰਦੇ ਚੁਣੇ ਗਏ ਆ। ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਕਿਹੜੇ ਨੁਮਾਇੰਦੇ ਆ ਉਹ ਵੀ ਤੁਹਾਨੂੰ ਦੱਸਦੇ ਆ। ਤਸਵੀਰਾਂ ਪਹਿਲਾਂ ਵੇਖ ਸਕਦੇ ਆ ਕਿ ਅਕਾਲ ਯੂਥ ਦਾ ਗਠਨ ਕੀਤਾ ਗਿਆ ਵਾ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਵੱਲੋਂ। ਉਹਨਾਂ ਦੇ ਇੱਕ ਸੁਨੇਹੇ ਤੇ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਵੱਡੀ ਮੀਟਿੰਗ ਇੱਥੇ ਬੁਲਾਈ ਗਈ ਹੈ, ਜਿਹਦੇ ਵਿੱਚ ਵੱਡਾ ਯੂਥ ਇੱਥੇ ਪਹੁੰਚਾ। ਬਹੁਤ ਜ਼ਿਆਦਾ ਯੂਥ ਆ। 4 ਚੁਫੇਰੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਇਸ ਟਾਈਮ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਸੰਘਰਸ਼ੀਲ ਹੋਣਾ ਬੈਨਰ ਹੱਥਾਂ ਵਿੱਚ ਫੜੇ ਹੈਗੇ ਆ ਵੀਰਾਂ ਨੇ, ਤੇ ਇਹ ਸਾਰੇ ਇੱਥੇ ਪਹੁੰਚੇ ਆ ਵੱਖੋ ਵੱਖਰੇ ਥਾਵਾਂ ਦੇ ਉੱਤੋਂ, ਵੱਖੋ ਵੱਖਰੇ ਜ਼ਿਲ੍ਹਿਆਂ ਤੋਂ। ਇੱਥੇ ਅਕਾਲ ਯੂਥ ਦਾ ਜਿਹੜਾ ਕਿ ਗਠਨ ਕੀਤਾ ਗਿਆ ਵਾ ਅੱਜ, ਅਕਾਲ ਯੂਥ ਦੇ ਨੁਮਾਇੰਦੇ ਇੱਥੇ ਪਹੁੰਚੇ ਆ, ਜਿਹਦੇ ਵਿੱਚ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਇੱਥੇ ਪਹੁੰਚੇ ਆ। ਦਮਦਮੀ ਟਕਸਾਲ ਸੰਗਰਾਮਾਂ ਤੋਂ ਭਾਈ ਰਾਮ ਸਿੰਘ ਪਹੁੰਚੇ ਆ ਤੇ 5 ਨੁਮਾਇੰਦੇ ਚੁਣੇ ਗਏ ਆ। 5 ਪ੍ਰਧਾਨੀ ਦੇ ਅਧੀਨ ਗੱਲ ਹੋਊਗੀ ਤੇ 5 ਨੁਮਾਇੰਦੇ ਚੁਣੇ ਗਏ ਆ। 5 ਨੁਮਾਇੰਦਿਆਂ ਦੇ ਵੀ ਆਪਾਂ ਤੁਹਾਨੂੰ ਨਾਲ ਮਿਲਾਉਂਦੇ ਆ ਕਿਹੜੇ ਨੁਮਾਇੰਦੇ ਚੁਣੇ ਆ, ਕੀ ਉਹਨਾਂ ਦੀ ਜ਼ਿੰਮੇਵਾਰੀਆਂ ਹੋਣਗੀਆਂ। ਤੇ ਮੇਨ ਗੱਲ ਕੀਤੀ ਗਈ ਹੈ ਕਿ ਇਹਦੇ ਵਿੱਚ ਕੇਵਲ ਪੰਥਕ ਮਸਲੇ ਨਹੀਂ ਹੋਣਗੇ, ਇਹ 'ਚ ਕਿਸਾਨੀ ਮੰਗਾਂ ਵੀ ਹੋਣਗੀਆਂ ਤੇ ਹੋਰ ਵੀ ਜਿਹੜੀਆਂ ਕਿ ਦਰਵੇਸ਼ ਮੁਸ਼ਕਲਾਂ ਪੰਥ ਨੂੰ ਆਉਂਦੀਆਂ ਹੈਗੀਆਂ ਵਾ ਉਹ 'ਤੇ ਵਿਚਾਰ ਚਰਚਾ ਹੋਇਆ ਕਰੂਗੀ। ਤੇ 5 ਮੈਂਬਰ ਜਿਹੜੇ ਚੁਣੇ ਗਏ ਆ, 5 ਪ੍ਰਧਾਨੀ ਜਿਹੜੀ ਬਣਾਈ ਗਈ ਆ, ਉਹ ਉਹਨਾਂ 'ਤੇ ਗੱਲਬਾਤ ਕਰੂਗੀ। ਉਹਨਾਂ ਨੂੰ ਅੱਗੇ ਲੱਗ ਕੇ ਇਸ ਜ਼ਿੰਮੇਵਾਰੀ ਦਿੱਤੀ ਗਈ ਕਿ ਉਹਨਾਂ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰਾਂ ਦੇ ਕੋਲ ਜੋ ਵੀ ਮੈਸੇਜ ਆਉਣਗੇ ਉਹ 'ਤੇ ਵਿਚਾਰ ਵਟਾਂਦਰੇ ਹੋਏ ਰਹਿਣਗੇ। ਵੇਖਦੇ ਆ ਤਸਵੀਰਾਂ ਜਿਹੜੀਆਂ ਤੁਸੀਂ ਇਸ ਟਾਈਮ ਸਾਹਮਣੇ ਦੇਖ ਸਕਦੇ ਆ, ਸਾਰਾਗੜੀ ਸਰਾਂ ਦੀਆਂ ਤਸਵੀਰਾਂ ਵਾ। ਸਾਰਾਗੜੀ ਸਰਾਂ ਦੇ ਸਾਹਮਣੇ ਇੱਕ ਵੱਡਾ ਇਕੱਠ ਆ, ਜਿਹਦੇ ਵਿੱਚ ਵੱਖੋ ਵੱਖਰੇ ਥਾਵਾਂ ਤੋਂ ਯੂਥ ਪਹੁੰਚਿਆ ਵਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅੰਮ੍ਰਿਤਸਰ ਦੀਆਂ, ਕਿ ਜਿਹਦੇ ਵਿੱਚ ਅਕਾਲ ਯੂਥ ਦਾ
ਗਠਨ ਕੀਤਾ ਵਾ। ਅਕਾਲ ਯੂਥ ਦੇ ਨੁਮਾਇੰਦੇ ਵੀ ਇੱਥੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹਦੇ ਵਿੱਚ ਰਾਜਨਦੀਪ ਤੇ ਹੋਰ ਨੁਮਾਇੰਦੇ ਇੱਥੇ ਭਾਈ ਰਾਮ ਸਿੰਘ ਜੀ ਇੱਥੇ ਪਹੁੰਚੇ ਹੈਗੇ, ਦਮਦਮੀ ਟਕਸਾਲ ਸੰਗਰਾਮਾਂ ਦੇ ਮੁਖੀ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਕਾਲ ਯੂਥ ਦਾ ਗਠਨ ਹੋ ਚੁੱਕਾ ਵਾ। ਅਕਾਲ ਯੂਥ ਨੂੰ ਕੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਵਾ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ? ਬਾਪੂ ਜੀ ਸਾਡੇ ਨਾਲ ਹੈਗੇ ਆ, ਬਾਪੂ ਜੀ ਨੂੰ ਪੁੱਛਦੇ ਆ। ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਆ ਜਿੱਥੇ ਕਿ ਜਗਤਾਰ ਸਿੰਘ ਹਵਾਰਾ ਕਮੇਟੀ ਸਮੇਂ-ਸਮੇਂ ਤੇ ਆਪਣੀਆਂ ਜ਼ਿੰਮੇਵਾਰੀਆਂ ਭੁਗਤਾ ਰਹੀ ਸੀ। ਇੱਕ ਵੱਡੀ ਕਮਾਂਡ ਇਸ ਟਾਈਮ ਦੇ ਦਿੱਤੀ ਗਈ ਹੈ ਯੂਥ ਨੂੰ, ਜਿਹਦੇ ਵਿੱਚ ਅਕਾਲ ਯੂਥ ਦਾ ਗਠਨ ਕਰ ਦਿੱਤਾ ਗਿਆ ਵਾ। ਅਕਾਲ ਯੂਥ ਨੂੰ ਕੀ ਜ਼ਿੰਮੇਵਾਰੀਆਂ ਵਾ ਉਹਦੇ ਵਾਸਤੇ ਬਾਪੂ ਜੀ ਨਾਲ ਆਪਾਂ ਗੱਲਬਾਤ ਕਰਾਂਗੇ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਬੜੀਆਂ ਜਥੇਬੰਦੀਆਂ ਸੀ, ਸਾਰਿਆਂ ਨੇ ਆਪੋ ਆਪਣਾ ਯੂਥ ਬਣਾਇਆ। ਜੇ ਅਕਾਲੀ ਦਲ ਦੀ ਗੱਲ ਕਰੀਏ, ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ, ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦਾ ਯੂਥ ਵੱਖਰਾ ਬਣਿਆ ਪਿਆ ਵਾ। ਜੇ ਆਪਾਂ ਹੋਰ ਜਥੇਬੰਦੀ ਦੀ ਗੱਲ ਕਰਦੇ ਹਾਂ, ਤੁਹਾਨੂੰ ਵੀ ਐਡੀ ਵੱਡੀ ਲੋੜ ਕਿਉਂ ਪੈ ਗਈ ਇਸ ਯੂਥ ਨੂੰ ਬਣਾਉਣ ਵਾਸਤੇ? ਦੇਖੋ, ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅਕਾਲ ਯੂਥ ਜਥੇਬੰਦੀ, 3 ਅਕਾਲ ਸ਼ਬਦ ਆਇਆ, 3 ਵਾਰੀ ਅਕਾਲ ਸ਼ਬਦ ਆਇਆ। ਉਹ ਸ਼ਬਦ ਜਿਹੜਾ ਅਕਾਲ ਪੁਰਖ ਤੋਂ ਵਿਰਸੇ 'ਚ ਮਿਲਿਆ, ਪਰ ਪਿਛਲੇ ਸਮੇਂ 'ਚ ਜੋ ਇਹਨਾਂ ਨੇ ਰਾਜਨੀਤਿਕ ਧਾਰਮਿਕ ਉਹਨਾਂ ਨੇ ਉਸ ਸ਼ਬਦ ਦਾ ਸ਼ੋਸ਼ਣ ਕਰਿਆ, ਉਸ ਸ਼ਬਦ ਦੇ ਸਿਧਾਂਤ ਨੂੰ ਕਾਇਮ ਕਰਨ ਵਾਸਤੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਇਹ ਅੱਜ ਅਕਾਲ ਯੂਥ ਜਥੇਬੰਦੀ ਜਿਹੜੀ ਉਹ ਕਰੀ ਗਈ ਹੈ। ਤਕਰੀਬਨ ਅੱਜ ਜਿੰਨਾ ਵੀ ਨੌਜਵਾਨ ਹੈ ਉਹਨਾਂ ਨੂੰ ਆਪਣਾ ਹੀਰੋ, ਆਪਣਾ ਆਗੂ ਮੰਨਦਾ। ਇਹ ਆਮ ਅਸੀਂ ਇਕੱਠਾਂ 'ਚ ਮੈਂ ਖਾਸ ਕਰਕੇ ਮਹਿਸੂਸ ਕਰਨਾ ਇਸ ਚੀਜ਼ ਨੂੰ, ਜਿਸ ਤਰ੍ਹਾਂ ਇਕੱਠਾਂ 'ਚ ਉਹਨਾਂ ਦਾ ਪ੍ਰਭਾਵ ਕਬੂਲਦੇ ਆ, ਉਹਨਾਂ ਨੂੰ ਆਪਣਾ ਲੀਡਰ ਮੰਨਦੇ ਆ। ਇਹ ਨੌਜਵਾਨੀ ਦੀ ਮੰਗ ਸੀ ਵੀ ਇੱਕ ਜਥੇਬੰਦੀ ਬਣਾ ਕੇ ਜਿਹੜੀ ਗੁਰੂ ਸਾਹਿਬ ਦੇ ਸਿਧਾਂਤਾਂ 'ਤੇ ਕਾਇਮ ਪਹਿਰਾ ਦੇਵੇ ਤੇ ਪੁਰਾਤਨ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਉਜਾਗਰ ਕਰੇ। ਹੋਣਗੀਆਂ ਕੀ ਯੂਥ ਨੂੰ ਜ਼ਿੰਮੇਵਾਰੀਆਂ ਤੁਸੀਂ ਦਿੱਤੀਆਂ ਇਸ ਟਾਈਮ ਤੇ? ਦੇਖੋ, ਜੋ ਜ਼ਿੰਮੇਵਾਰੀਆਂ ਅੱਜ ਸਿੱਖ ਕੌਮ ਨਾਲ ਧੱਕੇ ਹੋ ਰਹੇ ਹੈ ਜਾਂ ਪੰਜਾਬ ਨਾਲ, ਪੰਜਾਬੀਅਤ ਨਾਲ, ਉਹ ਸਾਰਿਆਂ ਦੇ ਉਸ ਦੇ ਖਿਲਾਫ ਉਹਨੇ ਮੋਰਚਾ ਲਾਉਣਾ। ਮਤਲਬ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਉਹ ਸੰਗਤਾਂ ਦਾ ਸਹਿਯੋਗ ਲੈ ਕੇ ਉਹਨਾਂ 'ਤੇ ਕੰਮ ਕਰਨਾ ਵੀ ਅਸੀਂ ਆਪਣੇ ਹੱਕ ਲੈ ਸਕੀਏ। ਸਿੰਘ ਸਾਹਿਬ ਦਾ, ਜਗਤਾਰ ਸਿੰਘ ਜੀ ਦਾ ਮੈਸੇਜ ਆ ਕਿ ਇੱਕ ਯੂਥ ਚਾਹੀਦਾ, ਯੂਥ ਆਗੂ ਅੱਗੇ ਆਉਣੇ ਚਾਹੀਦੇ ਆ, ਕਿਉਂਕਿ ਇਸ ਟਾਈਮ ਯੂਥ ਸਾਡਾ ਭੜਕ ਵੀ ਬਹੁਤ ਚੁੱਕਿਆ ਵਾ। ਕੁਝ ਡੇਰਾਵਾਦ ਵਾਲੇ ਪਾਸੇ ਆ, ਕੁਝ ਪਤਿੱਤ ਵਾਲੇ ਪਾਸੇ ਆ, ਪਤਿੱਤਪੁਣਾ ਵੀ ਬਹੁਤ ਵੱਧ ਰਿਹਾ। ਤੁਹਾਨੂੰ ਲੱਗਦਾ ਕਿ ਇਹ ਜਿਹੜੀ ਕਮਾਂਡ ਆ ਇਹ ਸਾਰਿਆਂ ਨੂੰ ਵਾਪਸ ਲੈ ਕੇ ਆ ਸਕਦੀ ਆ? ਬਿਲਕੁਲ ਲੈ ਕੇ ਆਵੇਗੀ ਜੀ। ਉਹਨਾਂ ਦਾ ਦ੍ਰਿੜ ਇਰਾਦਾ, ਗੁਰੂ ਸਾਹਿਬ ਤੇ ਭਰੋਸਾ ਉਹਨਾਂ ਨੂੰ। ਜਿਹੜੀ ਅੱਜ ਨੌਜਵਾਨੀ ਉਹਨਾਂ ਦਾ ਇੰਨਾ ਪ੍ਰਭਾਵ ਕਬੂਲਦੀ ਹੈ, ਉਹ ਜ਼ਰੂਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰੇਗੀ ਔਰ ਇਸ 'ਤੇ ਸਫਲਤਾ ਪ੍ਰਾਪਤ ਹੋਵੇਗੀ। ਇੱਕ ਗੱਲ ਕੀਤੀ ਗਈ ਕਿ ਇਹ ਜਿਹੜੀ ਯੂਥ ਦੀ ਜਥੇਬੰਦੀ ਹੈ, ਜਿੱਥੇ ਧਾਰਮਿਕ ਮੁੱਦੇ ਹੋਣਗੇ ਜਾਂ ਆਮ ਲੋੜ ਪੈਂਦੀ ਹੈ, ਉੱਥੇ ਕਿਸਾਨਾਂ ਦੇ ਨਾਲ ਵੀ ਡਟ ਕੇ ਖੜਾਂਗੇ। ਉਹਦੇ ਵਾਸਤੇ ਕੀ ਕਹਿਣਾ ਚਾਹੋ? ਨਹੀਂ, ਠੀਕ ਹੈ, ਜਿੱਥੇ ਅਸੀਂ ਧਾਰਮਿਕ ਤੌਰ ਤੇ ਸਿੱਖ ਹਾਂ ਉੱਥੇ ਜ਼ਿਆਦਾ ਅਸੀਂ ਕਿਸਾਨ ਹੈ। ਸਾਡੇ ਆਪਣੇ ਕਿਸਾਨੀ ਦੇ ਮੁੱਦੇ ਸਾਡੇ ਆਪਣੇ ਹੈ। ਹਰ ਇੱਕ ਕਿਸਾਨੀ ਦੇ ਮੁੱਦੇ ਤੇ ਅਕਾਲ ਯੂਥ ਜਥੇਬੰਦੀ ਪੂਰਾ ਕੰਮ ਕਰੇਗੀ। ਉਹਨਾਂ ਦੇ ਸੰਘਰਸ਼ 'ਚ ਜਿਸ ਤਰ੍ਹਾਂ ਦੀ ਵੀ ਕੁਰਬਾਨੀ ਕਰਨੀ ਪਈ, ਉਹ ਹਰ ਇੱਕ ਕੁਰਬਾਨੀ ਕਰਨ ਨੂੰ ਤਿਆਰ ਹੈ। ਇਹ ਸਨ ਭਾਈ ਜਗਤਾਰ ਸਿੰਘ ਜੀ ਹਵਾਰਾ। ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਗੁਰਚਰਨ ਸਿੰਘ ਜੀ ਪਟਿਆਲੇ ਤੋਂ, ਜਿਨ੍ਹਾਂ ਨੇ ਦੱਸਿਆ ਕਿ ਇਹ ਕੁਰਬਾਨੀਆਂ ਵਾਲੀ ਜਥੇਬੰਦੀ ਆ। ਇਹ ਹਰ ਇੱਕ ਕੁਰਬਾਨੀ ਦੇਣ ਵਾਸਤੇ ਤਿਆਰ ਆ। ਜੇ ਗੱਲ ਕਰਦੇ ਆ ਧਾਰਮਿਕ ਸਭਾ ਦੇ ਵਿੱਚ ਵਿਚਰਨ ਦੀ, ਤੇ ਦੂਜੇ ਪਾਸੇ ਆਪਾਂ ਜੇ ਗੱਲ ਕਰਦੇ ਕਿਸਾਨਾਂ ਦੇ ਪੁੱਤ ਅਸੀਂ ਆਪ ਕਿਸਾਨ ਆ। ਅਸੀਂ ਉਸ ਕਿਸਾਨਾਂ ਦੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ। ਹੋਰ ਵੀ ਇੱਥੇ ਜਿਹੜੇ ਵੀਰ ਪਹੁੰਚੇ ਹੈਗੇ ਆ, ਯੂਥ ਆਗੂ ਆ ਜਾਂ ਇੱਥੇ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਵਿਚਾਰ ਉਹਨਾਂ ਦੇ, ਕਿਉਂ ਬਣਾਉਣੀ ਪਈ ਅਕਾਲ ਯੂਥ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਇਹਨਾਂ ਦੀਆਂ ਪ੍ਰਾਪਤੀਆਂ ਰਹਿਣਗੀਆਂ ਅਕਾਲ ਯੂਥ ਦੀਆਂ। 5 ਮੈਂਬਰ ਬਣਾ ਦਿੱਤੇ ਗਏ, ਜਿਸ ਵਿੱਚ ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ ਸੰਗਰਾਮਾਂ ਤੋਂ ਸਾਡੇ ਨਾਲ ਹੀ ਹੈਗੇ ਵੀਰ ਜੀ, ਭਾਈ ਸਤਵੰਤ ਸਿੰਘ ਸੱਤੀ ਜੀ, ਭਾਈ ਬਲਬੀਰ ਸਿੰਘ ਖਡੂਰ ਸਾਹਿਬ ਤਰਨਾਦਲ ਅਤੇ ਭਾਈ ਮਹਾ ਸਿੰਘ ਆਦਿ ਦੇ ਨਾਮ ਆ। ਇਹ 5 ਮੈਂਬਰ ਜਿਹੜੇ ਹੈਗੇ ਆ, 5 ਪ੍ਰਧਾਨੀ ਜਿਹੜੀ ਅੱਗੇ ਚੱਲੂਗੀ, ਜਿਨ੍ਹਾਂ ਦੀ ਰਹਿਨੁਮਾਈ ਦੇ ਵਿੱਚ ਅਕਾਲ ਯੂਥ ਆਪਣੇ ਕੰਮ ਕਰੂਗਾ। ਅਕਾਲ ਯੂਥ ਦੀਆਂ ਕੀ ਜ਼ਿੰਮੇਵਾਰੀਆਂ ਵੀਰ ਰਾਜਨਦੀਪ ਨਾਲ ਗੱਲਬਾਤ ਕਰਦੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਹੜੀ ਜਥੇਬੰਦੀ ਐਲਾਨ ਕਰ ਦਿੱਤਾ ਗਿਆ, ਅੱਜ ਤੁਸੀਂ ਇੱਥੇ ਬਣਾ ਕੇ ਸਟਾਰਟ ਕਰ ਚੁੱਕੇ ਹੋ, ਇਹਦੇ ਕੀ ਮੇਨ ਮਕਸਦ ਹੋਣਗੇ, ਕੀ ਕੰਮ ਹੋਣਗੇ? ਵੇਖੋ ਵੀਰ ਜੀ, ਇਸ ਤਰ੍ਹਾਂ ਹੈ ਕਿ ਜੋ ਅੱਜ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ, ਆਪ ਜੀ ਵੀ ਦੇਸ਼ਾਂ ਵਿਦੇਸ਼ਾਂ 'ਚ ਤੁਹਾਡਾ ਟੀਵੀ ਚੈਨਲ ਜਿਹੜਾ ਹੈ ਮਾਧਿਅਮ ਰਾਹੀਂ ਬਹੁਤ ਪੰਜਾਬ ਦੀਆਂ ਜਿਹੜੀਆਂ ਖਬਰਾਂ ਦੇਸ਼ਾਂ ਵਿਦੇਸ਼ਾਂ 'ਚ ਪਹੁੰਚ ਰਹੀਆਂ ਨੇ। ਅੱਜ ਪੰਜਾਬ ਦੀ ਸਥਿਤੀ ਜਿਹੜੀ ਹੈ ਜੀ, ਉਹਦੇ ਵਿੱਚ ਨਸ਼ਿਆਂ ਦਾ ਰੁਝਾਨ, ਸਾਡੇ ਪਾਣੀ ਤੇ ਹਮਲਾ,
ਔਰ ਸਾਡੀ ਕਿਸਾਨੀ ਤੇ ਹਮਲਾ, ਅਸੀਂ ਨੌਜਵਾਨਾਂ ਦਾ ਜਿਹੜਾ ਜਥੇਦਾਰ ਸਾਹਿਬ ਦੇ ਹੁਕਮ ਮੁਤਾਬਕ ਇਹ ਅਕਾਲ ਯੂਥ ਸੰਸਥਾ ਦਾ ਗਠਨ ਕੀਤਾ ਗਿਆ ਹੈ, ਜਿਹਦਾ ਅੱਜ ਰਸਮੀ ਤੌਰ ਤੇ ਐਲਾਨ ਕੀਤਾ ਹੈ ਜੀ। ਉਹ ਸੰਸਥਾ ਦਾ ਪਿੰਡ ਪੱਧਰ ਤੇ ਨੌਜਵਾਨਾਂ ਦੇ ਵਿੰਗ ਇਕੱਠੇ ਕਰਕੇ ਔਰ ਇਹਨਾਂ ਚੀਜ਼ਾਂ ਦਾ ਡਟ ਕੇ ਵਿਰੋਧ ਕਰਾਂਗੇ, ਚਾਹੇ ਉਹ ਪੰਜਾਬ ਦੀ ਰਾਜ ਸਰਕਾਰ ਹੋਵੇ, ਚਾਹੇ ਮੋਦੀ ਦੀ ਸਰਕਾਰ, ਸੈਂਟਰ ਦੀ ਕੋਈ ਵੀ ਸਰਕਾਰ ਹੋਵੇ। ਜਿਹੜਾ ਕੋਈ ਧੱਕਾ ਪੰਜਾਬ ਨਾਲ ਕਰੂਗਾ ਜਾਂ ਕੋਈ ਸਾਡੇ ਧਰਮ ਪ੍ਰਤੀ ਕੋਈ ਗਲਤ ਕੋਈ ਕਾਰਵਾਈ ਕਰੂਗਾ, ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਜੀ। ਜੀ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਗੱਲ ਕਰਦੇ ਹਾਂ, ਬਰਗਾੜੀ ਦੇ ਵਿੱਚ ਬੇਅਦਬੀਆਂ ਹੁੰਦੀਆਂ, ਗੁਰਦੁਆਰਾ ਸਿੰਘ ਵਾਲਾ ਤੋਂ ਸਰੂਪ ਚੋਰੀ ਹੋ ਜਾਂਦਾ, ਲਗਾਤਾਰ ਉਹ ਭਾਵੇਂ ਅਕਾਲੀ ਦਲ ਸੀ, ਭਾਵੇਂ ਹੁਣ ਕਾਂਗਰਸ ਸਰਕਾਰ ਵੀ ਆ ਚੁੱਕੀ, ਲਗਾਤਾਰ ਉਹ ਬੇਅਦਬੀਆਂ ਵੀ ਹੋ ਰਹੀਆਂ ਵਾ। ਅਕਾਲ ਯੂਥ ਕੋਈ ਇਹੋ ਜਿਹਾ ਪ੍ਰੋਗਰਾਮ ਲੀਕੂਗਾ ਕਿ ਸਰਕਾਰ ਨੂੰ ਵੀ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਜਿਵੇਂ ਸੁਧਾਰ ਹੋ ਚੁੱਕਾ ਕਾਨੂੰਨ ਦਾ ਵੀ, ਇੱਕ ਜਣੇ ਨੂੰ ਗ੍ਰਿਫਤਾਰੀ ਹੋਈ ਹੈ ਤੇ UAPA ਐਕਟ ਲਾਇਆ ਗਿਆ ਵਾ, ਧੰਨਵਾਦ ਆ ਸਰਕਾਰ ਦਾ ਵੀ, ਪਰ ਇਹੋ ਜਿਹਾ ਕਾਨੂੰਨ ਪਾਸ ਹੋਵੇ ਕਿ ਜਿਹੜਾ ਬੇਅਦਬੀ ਕਰਦਾ ਵਾ ਉਹਨੂੰ ਵੱਖਰੀ ਧਾਰਾ ਲਾਈ ਜਾਵੇ। ਵੇਖੋ ਵੀ ਜੀ, ਅਸੀਂ ਤਾਂ ਚਾਹੁੰਦੇ ਹਾਂ ਕਿ ਇਹੋ ਜਿਹਾ ਕਾਨੂੰਨ ਪਾਸ ਹੋਣਾ ਚਾਹੀਦਾ ਹੈ। ਨਿੱਤ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਕਦੀ ਕਿਸੇ ਨਗਰ ਕਦੀ ਕਿਸੇ ਨਗਰ। ਹੁਣ ਫਤਿਹਗੜ੍ਹ ਸਾਹਿਬ ਦੇ ਲਾਗੇ ਨਗਰ ਦੇ ਵਿੱਚ ਬੇਅਦਬੀ ਹੋਈ ਹੈ ਜੀ। ਇਹ ਕਿੰਨਾ ਚਿਰ ਸਿਲਸਿਲਾ ਚੱਲਦਾ ਰਹੂਗਾ? ਜੇ ਗੁਰੂ ਗ੍ਰੰਥ ਸਾਹਿਬ ਨਹੀਂ ਅਸੀਂ ਬਚਾ ਸਕੇ, ਅਸੀਂ ਸੇਫ ਨਹੀਂ ਕਰ ਸਕੇ, ਤੇ ਸਾਡਾ ਜਿਉਣਾ ਕੀ ਹੈ ਫਿਰ? ਕਿਸ ਗੱਲ ਦਾ ਸਾਡਾ ਜਿਉਣਾ ਹੈ ਜੀ? ਸੋ ਅਸੀਂ ਚਾਹੁੰਦੇ ਹਾਂ ਜੇ ਕੋਈ ਸਰਕਾਰ ਕੋਈ ਇਸ ਚੀਜ਼ ਦਾ ਕਾਨੂੰਨ ਪਾਸ ਕਰਦੀ ਹੈ, ਸਰਕਾਰ ਦਾ ਸਵਾਗਤ ਕਰਦੇ ਹਾਂ, ਤੇ ਲੇਕਿਨ ਜਿੰਨਾ ਚਿਰ ਜੇ ਨਹੀਂ ਕੁਝ ਕਰਦੇ ਫਿਰ ਕੋਈ ਨਾ ਕੋਈ ਪੰਥੀ ਕਾਰਵਾਈ ਕਰੂਗਾ ਨਾ ਜੀ। ਕੀ ਹੋਰ ਕਾਰਜ ਹੋਣਗੇ? ਪੰਥਕ ਸਰਗਰਮੀਆਂ ਤੁਹਾਡੀਆਂ ਹੋਣਗੀਆਂ, ਕਿਸਾਨੀ ਮੁੱਦੇ ਤੁਹਾਡੇ ਨਾਲ ਲੈ ਕੇ ਚੱਲੋਗੇ ਤੁਸੀਂ, ਹੋਰ ਕੀ ਕਿਹੜੇ ਕਾਰਜ ਕਰੋਗੇ? ਵੇਖੋ ਕਾਰਜ ਜਿਸ ਤਰ੍ਹਾਂ ਜੀ ਕਿਸਾਨੀ ਮੁੱਦੇ ਜਿਵੇਂ ਆਪ ਜੀ ਨੇ ਦੱਸਿਆ ਆ, ਉਹਨਾਂ ਤੋਂ ਉਪਰੰਤ ਜਿੰਨੇ ਵੀ ਪੰਥਕ ਕਾਰਜ ਹੋਣਗੇ, ਪੰਥਕ ਕਾਰਜਾਂ ਤੋਂ ਇਲਾਵਾ ਕੋਈ ਵੀ ਆ, ਚਾਹੇ ਸਮਾਜਿਕ ਜੋ ਵੀ ਕੁਰੀਤੀਆਂ ਇਸ ਵੇਲੇ ਚੱਲ ਰਹੀਆਂ ਨੇ, ਅਸੀਂ ਹਰੇਕ ਸਮਾਜਿਕ ਕੁਰੀਤੀ ਦਾ ਡਟ ਕੇ ਵਿਰੋਧ ਕਰਾਂਗੇ। ਨੌਜਵਾਨਾਂ ਦਾ, ਸਾਰਿਆਂ ਦਾ ਨੌਜਵਾਨ ਤਬਕਾ, ਨੌਜਵਾਨ ਵੀਰ ਸਾਰੇ ਪਿੰਡ ਪੱਧਰ ਤੇ ਇਕੱਠੇ ਕਰਕੇ ਤਾਂ ਧਰਮ ਪ੍ਰਤੀ ਅਸੀਂ ਉਹਨਾਂ ਨੂੰ ਸੁਹਿਰਦ ਕਰਾਂਗੇ। ਜੇ ਚੀਜ਼ ਦੀ ਲੋੜ ਹੈ ਆਪਾਂ ਨੂੰ, ਉਸ ਚੀਜ਼ ਨੂੰ ਅੱਗੇ ਲਿਆਵਾਂਗੇ ਆਪਾਂ। ਔਰ ਬੇਪੱਤੀਆਂ ਹੋਈਆਂ ਫਿਰ ਸਰੂਪਾਂ ਦੀਆਂ ਬੇਅਦਬੀ ਜਾਂ ਬੇਪੱਤੀਆਂ ਕੀਤੀਆਂ ਨੇ ਇਹਨਾਂ ਨੇ, ਕਿ ਦਾੜੀ ਕਤਲ ਕਰਵਾਈ ਫਿਰਦੇ ਨੌਜਵਾਨ, ਆਪਾਂ ਉਹਨਾਂ ਨੌਜਵਾਨਾਂ ਨੂੰ ਪਿੰਡ ਪੱਧਰ ਤੇ ਨੂੰ ਬੇਨਤੀ ਕਰਾਂਗੇ, ਗੁਰਮਤਿ ਸਮਾਗਮ ਲਿਖਾਂਗੇ ਕਿ ਸਹੀ ਰਸਤੇ ਤੇ ਪੈਣ, ਗੁਰਮਤਿ ਦੇ ਧਾਰਨੀ ਬਣਨ, ਜਿਸ ਚੀਜ਼ ਦੀ ਆਪਾਂ ਨੂੰ ਲੋੜ ਹੈ। ਜੇ ਅਸੀਂ ਗੁਰਮਤਿ ਧਾਰਨੀ ਬਣਾਂਗੇ ਤਾਂ ਹੀ ਅਸੀਂ ਆਪਣੇ ਗੁਰੂ ਨੂੰ ਬਚਾ ਸਕਾਂਗੇ। ਅੱਜ ਜੀਵਨ ਸਾਡੇ ਕੱਚੇ ਹੋ ਗਏ ਨੇ, ਗੁਰਦੁਆਰੇ ਸਾਹਿਬ ਪੱਕੇ ਹੋ ਗਏ ਨੇ, ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਨਿੱਤ ਹੋ ਰਹੀਆਂ ਨੇ, ਫਿਰ ਵੀ ਅਸੀਂ ਕੁਝ ਵੀ ਨਹੀਂ ਕਰ ਸਕਦੇ। ਰਾਜਨਦੀਪ ਨੇ ਕਿਹਾ ਕਿ ਸਾਡੇ ਘਰ ਜ਼ਰੂਰ ਪੱਕੇ ਆ, ਗੁਰਦੁਆਰਾ ਸਾਹਿਬ ਪੱਕੇ ਆ, ਪਰ ਸਾਡੇ ਜੀਵਨ ਕੱਚੇ ਆ, ਕਿਉਂਕਿ ਬੇਅਦਬੀਆਂ ਰੋਜ਼ ਹੋ ਰਹੀਆਂ ਵਾ ਲਗਾਤਾਰ। ਭਾਵੇਂ ਉਹ ਅਕਾਲੀ ਦਲ ਸੀ, ਭਾਵੇਂ ਹੁਣ ਕਾਂਗਰਸ ਸਰਕਾਰ ਆ ਚੁੱਕੀ ਆ, ਬੇਸ਼ੱਕ ਉਹ ਸਹੁੰ ਖਾਧੀ ਜਾਂਦੀ ਆ, ਆਉਣ ਵਾਲੇ ਸਰਕਾਰ ਦੇ ਵਿੱਚ ਇਹੋ ਜਿਹੇ ਕਾਰਜ ਨਹੀਂ ਹੋਣਗੇ, ਪਤਿਤ ਪੁਣੇ ਨੂੰ ਠੱਲ ਪਾਈ ਜਾਊਗੀ। ਤੇ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਨਸ਼ਿਆਂ ਦਾ, ਜਿਹੜਾ ਕਿ ਕਿਤੇ ਵੀ ਘੱਟ ਨਹੀਂ ਹੋਇਆ। ਇਹ ਸਾਰੇ ਵਿੱਚ ਅਕਾਲ ਯੂਥ ਇੱਕ ਵੱਡੀ ਭੂਮਿਕਾ ਨਿਭਾਊਗਾ। ਵੇਖਦੇ ਆ ਅਕਾਲ ਯੂਥ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਹੋਰ ਕਾਰਜ ਕਰੂਗਾ। ਸਤਨਾਮ ਸਿੰਘ ਜੀ ਕਾਲੋਂ ਸਾਡੇ ਨਾਲ ਜੁੜ ਚੁੱਕੇ ਆ। ਕਾਲੋਂ ਸਾਹਿਬ, ਵੱਡਾ ਇਕੱਠ ਆ ਨੌਜਵਾਨੀ ਦਾ, ਠਾਠਾ ਮਾਰਦਾ ਇਕੱਠ ਕਵਾਂਗੇ ਅੱਜ ਅੰਮ੍ਰਿਤਸਰ ਦੀ ਧਰਤੀ ਤੇ। ਵੱਡੀ ਜ਼ਿੰਮੇਵਾਰੀ ਸਿੰਘ ਸਾਹਿਬ ਨੇ ਦੇ ਦਿੱਤੀ ਆ 5 ਮੈਂਬਰਾਂ ਨੂੰ, ਲੱਗਦਾ ਤਤਪਰ ਹੋਣਗੇ ਵੀਰ ਸਾਰੇ? ਬਿਲਕੁਲ ਜੀ, ਤਤਪਰ ਹੋਣਗੇ। ਬੜਿਆਂ ਚਿਰਾਂ ਬਾਅਦ ਫਿਰ ਇਹ ਫੈਸਲਾ ਹੋਇਆ ਵਾ। ਮਹਾਂਪੁਰਖ ਸੰਤ ਜਰਨੈਲ ਸਿੰਘ ਦੇ ਵੇਲੇ ਇਹ ਵੇਖਦੇ ਰਹੇ ਆ, ਅੱਜ ਮਨ ਵੀ ਬੜਾ ਖੁਸ਼ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਦੇ ਦਰ 'ਤੇ ਜਦੋਂ ਬਾਬਾ ਜੀ ਉਹਨਾਂ ਨੇ ਅਰਦਾਸ ਕੀਤੀ ਪਿੰਡ ਰਾਮਲਿਆਂ ਵੱਲੋਂ, ਅੱਜ ਫਿਰ ਮੈਨੂੰ ਐਂ ਜਾਪਿਆ ਜੇ ਸੰਤ ਜਰਨੈਲ ਸਿੰਘ ਵਾਲਾ ਜਿਹੜਾ ਉਹ ਮਾਹੌਲ ਫਿਰ ਤਿਆਰ ਹੋ ਰਿਹਾ ਵਾ। ਅੱਜ ਲੋੜ ਸੀ ਇਸ ਚੀਜ਼ ਦੀ। ਯੂਥ ਜਿਹੜਾ ਗਾੜੀ ਆਇਆ, ਯੂਥ ਨੂੰ ਮੌਕਾ ਨਹੀਂ ਦਿੱਤਾ ਗਿਆ। ਹਮੇਸ਼ਾ ਹੀ ਜਿਹੜੇ ਉਹ ਜਿਹੇ ਚਾਰ ਪਲੂਸ ਜਿਹੜੇ ਬੰਦੇ ਸੀ ਉਹ ਗਾੜੀ ਆਉਂਦੇ ਰਹੇ ਨੇ। ਹਰ ਇੱਕ ਨੇ ਅੱਗੇ ਕੀਤਾ, ਅਕਾਲੀ ਦਲ ਨੇ ਯੂਥ ਅੱਗੇ ਕੀਤਾ, ਕਾਂਗਰਸ ਨੇ ਅੱਗੇ ਕੀਤਾ, ਅਕਾਲੀ ਰਮਨ ਸਿੰਘ ਨੇ ਵੀ ਕੀਤਾ। ਜੇ ਆਪਾਂ ਹੁਣ ਦੀਆਂ ਸਾਡੀਆਂ ਜਥੇਬੰਦੀ ਦੀ ਗੱਲ ਕਰਦੇ ਨਾ, ਯੂਥ ਨੂੰ ਅੱਗੇ ਕੀਤਾ, ਪਰ ਯੂਥ ਨੇ ਆਪਣੇ ਕੰਮ ਕੀ ਕੀਤੇ? ਸਾਡੀ ਨੌਜਵਾਨੀ ਪਤਤਪੁਣੇ ਦਾ ਸ਼ਿਕਾਰ ਹੋਈ, ਨੌਜਵਾਨੀ ਨਸ਼ਿਆਂ ਵਾਲੇ ਪਾਸੇ ਗਈ, ਸਰਕਾਰਾਂ ਨੇ ਸੌਹਾਂ ਖਾਧੀਆਂ, ਪਰ ਉਹ ਜਿਉਂਦਾ ਤਿਉਂ ਸਾਰਾ ਚੱਲ ਰਿਹਾ। ਪਰ ਉਸ ਯੂਥ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਯੂਥ ਤਿਆਰ ਕੀਤਾ। ਜਿਹੜਾ ਯੂਥ ਤਿਆਰ ਕੀਤਾ ਉਹਦੇ ਨਸ਼ੇ ਤਿਆਰ ਕੀਤੇ ਗਏ ਨੇ। ਜਿੰਨੇ ਵੀ ਅਕਾਲੀ ਦਲ ਦੇ ਲਾ ਲਓ, ਚਾਹੇ ਜਿਹਦਾ ਫੈਡਰੇਸ਼ਨ ਵਾ, ਜਾਂ ਦੂਜੀਆਂ ਜੋ ਉਹਨਾਂ ਨਾਲ ਜੁੜੇ ਹੋਏ ਲੋਕ ਆ, ਸਿਆਸੀ ਲੋਕਾਂ ਨਾਲ, ਜੇ ਸੰਤ ਜਰਨੈਲ ਸਿੰਘ ਸੋਚ ਤੋਂ ਪਾਸੇ ਹੋ ਗਏ। ਸਾਡਾ ਸਿੱਖ ਦਾ ਫਰਜ਼ ਆ ਪਹਿਲਾਂ ਕਿਸੇ ਦੀ ਰੱਖਿਆ ਕਰਨੀ, ਕਿਸੇ ਦੀ ਧੀਆਂ ਭੈਣਾਂ ਦੀ ਇੱਜ਼ਤ ਬਚਾਉਣੀ। ਇਹ ਬਹੁਤੇ ਲੋਕ ਤਾਂ ਨਸ਼ੇ ਆ ਵਰਤਦੇ ਨੇ, ਨਸ਼ੇ ਵੇਚਦੇ ਨੇ, ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟਦੇ। ਉਹਨਾਂ ਨੂੰ ਯੂਥ ਨਹੀਂ ਕਿਹਾ ਜਾ ਸਕਦਾ। ਯੂਥ ਉਹ ਆ ਜਿਹੜਾ ਗੁਰਸਿੱਖੀ ਅਨੁਸਾਰ ਆਪਣਾ ਜੀਵਨ ਨੂੰ ਢਾਲੇ। ਅੱਜ ਲੋੜ ਸੀ ਉਸ ਚੀਜ਼ ਦੀ। ਜਥੇਦਾਰ ਸਾਹਿਬ ਦੇ ਹੁਕਮ ਅਨੁਸਾਰ, ਦੇਸਾਂ ਅਨੁਸਾਰ, ਜਿਹੜੀ ਅੱਜ ਬਾਬਾ ਦਮਦਮੀ ਟਕਸਾਲ ਬਾਬਾ ਰਾਮ ਸਿੰਘ ਹੋਣਾ ਨੇ ਅਰਦਾਸ ਕਰਕੇ ਇੱਧਰ ਜਿਹੜੇ ਯੂਥ ਨੂੰ ਥਾਪੜਾ ਦੇ ਕੇ ਗੁਰੂ ਸਾਹਿਬ ਵੱਲੋਂ ਵਰਸਾਏ ਗਏ, ਚੱਲਿਆ ਕੰਮ। ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ ਵੀ ਇਹ ਜ਼ਰੂਰ ਉਹਨਾਂ ਕਦਮਾਂ 'ਤੇ ਚੱਲਣਗੇ ਤੇ ਇਹ ਲੋਕਾਂ ਦੀ ਇੱਜ਼ਤ ਕੀ, ਜਿੰਨਾ ਵੀ ਜਿਸ ਤਰ੍ਹਾਂ ਨੌਜਵਾਨੀ ਬਚਾਉਣਗੇ। ਜੇ ਤਰ੍ਹਾਂ ਸਾਡੀ ਹੁਣ ਜ਼ਿਆਦਾ ਢਾਲ ਲੱਗਣੀ ਕਿਸਾਨਾਂ 'ਤੇ, ਕਿਸਾਨਾਂ ਨੂੰ ਕੋਈ ਹੰਬਲਾ ਵੱਜੇਗਾ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਣਗੇ। ਗੱਲ ਕੀਤੀ ਆ, ਫੈਡਰੇਸ਼ਨ ਵੀ ਨਿਗਾਰ ਵਾਲੇ ਪਾਸੇ ਜਾ ਰਹੀ ਹੈ, ਕਿਉਂਕਿ ਜੇ ਆਪਾਂ ਗੱਲ ਕਰਦੇ ਆ ਪਹਿਲਾਂ ਭਾਈ ਅਮਰੀਕ ਸਿੰਘ ਵਾਲੀ ਫੈਡਰੇਸ਼ਨ ਤੇ ਅੱਜ ਦੀ ਫੈਡਰੇਸ਼ਨ ਪਾਟੋ ਧਾੜਾ ਤੇ ਕੁਛ ਇੱਕ ਦੋ ਮੈਂਬਰਾਂ ਦੇ ਫੈਡਰੇਸ਼ਨ ਬਣੀ ਹੋਈ ਆ। ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਫੈਡਰੇਸ਼ਨ ਬਣੂਗੀ ਜਿਹੜੀ ਭਾਈ ਅਮਰੀਕ ਸਿੰਘ ਦੀ ਫੈਡਰੇਸ਼ਨ ਵਾਂਗੂ ਉਦੋਂ ਕਾਰਜ ਕਰੇ?
ਇਹ ਜੀ ਮੈਂ ਨਾ ਵੀ ਇਹ ਬੱਚੇ ਨੇ ਸਾਡੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਨਾਲ ਸੰਬੰਧਿਤ ਜਿਹੇ ਬੰਦੇ ਆ ਤਕਰੀਬਨ ਜਿਸ ਤਰ੍ਹਾਂ ਰਾਜਨਦੀਪ ਆ ਹੋਰ ਨੌਜਵਾਨ ਮੁੰਡੇ ਨੇ। ਸੰਤ ਜਰਨੈਲ ਸਿੰਘ ਦਾ ਆਦੇਸ਼ ਜਾਂ ਗੁਰੂ ਸਾਹਿਬ ਦਾ ਆਦੇਸ਼ ਜਿਹੜਾ ਵਾ ਉਹਦੀ ਜਿਹੜੀ ਪਾਲਣਾ ਕਰੇਗਾ ਉਹ ਤਾਂ ਜ਼ਰੂਰ ਗਾੜੀ ਆਏਗਾ। ਉਦੋਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਭਾਈ ਮਨਜੀਤ ਸਿੰਘ ਬਾਅਦ ਬਿਲਕੁਲ ਨਿਗਾਰ ਜ਼ਿਆਦਾ ਆ ਗਿਆ। ਜੋ ਸਿਆਸੀ ਜਥੇਬੰਦੀਆਂ ਗਲਬਾ ਆ ਗਿਆ, ਜੋ ਸਿਆਸੀ ਜਥੇਬੰਦੀਆਂ ਨੇ ਉਹਨਾਂ ਨੂੰ ਖਰੀਦ ਲਿਆ। ਥੋੜ੍ਹੇ ਥੋੜ੍ਹੇ ਬੰਦੇ ਰਹਿ ਗਏ, ਦੋ ਟਾਂਗੇ ਤੇ ਲੱਦਣ ਜੋਗੇ ਬੰਦੇ ਨਹੀਂ ਸੀ, ਉਹ ਲੈ ਕੇ ਦੋ ਚਾਰ ਤੁਰੇ ਫਿਰਦੇ, ਉਹਨਾਂ ਦਾ ਵਜੂਦ ਨਹੀਂ ਗਾ। ਅੱਜ ਲੋੜ ਹੈ ਕਾਲਜਾਂ ਵਿੱਚ ਜਾਣ ਦੀ, ਜਿੱਥੇ ਲੋਕੀ ਨੱਤੀਆਂ ਪਾਈ ਫਿਰਦੇ ਨੇ, ਕੇਸ ਕਟਾਈ ਫਿਰਦੇ ਨੇ। ਅੱਜ ਸੰਤ ਜਰਨੈਲ ਸਿੰਘ ਦੇ ਅਸੂਲਾਂ ਅਨੁਸਾਰ ਚੱਲਣ ਦੀ ਲੋੜ ਆ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਅਸੂਲਾਂ ਅਨੁਸਾਰ ਚੱਲਣ ਦੀ ਲੋੜ। ਅੱਜ ਲੋੜ ਹੈਗੀ ਭਾਈ ਅਮਰੀਕ ਸਿੰਘ ਜੀ ਦੇ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਅਸੂਲਾਂ ਨਾਲ ਚੱਲਣ ਦੀ। ਅਕਾਲ ਯੂਥ ਜਿਹੜੀ ਬਣੀ ਹੈਗੀ ਆ, ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜਿਹੜੇ ਅਸੂਲ ਬਣਾਏ ਸੀ ਜਾਂ ਭਾਈ ਅਮਰੀਕ ਸਿੰਘ ਵੱਲੋਂ ਜਿਹੜੇ ਅਸੂਲ ਬਣਾਏ ਗਏ ਸੀ ਉਹਨਾਂ ਦੇ ਹਿਸਾਬ ਨਾਲ ਚੱਲੂਗੀ। ਯੂਥ ਦੀਆਂ ਫੋਟੋਆਂ ਤਸਵੀਰਾਂ ਵੇਖ ਸਕਦੇ ਆ। ਇਹ ਚਾਰ ਚਫੇਰੇ ਵੱਖੋ ਵੱਖਰੇ ਥਾਵਾਂ ਤੋਂ ਵੀਰ ਪਹੁੰਚੇ ਆ। ਅਕਾਲ ਯੂਥ ਦਾ ਗਠਨ ਹੋ ਚੁੱਕਾ ਵਾ। ਅੰਮ੍ਰਿਤਸਰ ਦੀ ਧਰਤੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਅੰਮ੍ਰਿਤਸਰ ਧਰਤੀ ਦੇ ਸਾਰਾਗੜ੍ਹੀ ਨਿਵਾਸ ਦੇ ਬਿਲਕੁਲ ਸਾਹਮਣੇ ਇੱਕ ਵੱਡਾ ਇਕੱਠ ਹੋਇਆ ਵਾ। ਇੱਥੇ ਅਕਾਲ ਯੂਥ ਦਾ ਗਠਨ ਹੋ ਚੁੱਕਾ ਵਾ, ਜਿੱਥੇ ਕਿ ਇੱਥੇ 5 ਮੈਂਬਰੀ ਕਮੇਟੀ ਚੁਣ ਦਿੱਤੀ ਗਈ ਆ, 5 ਮੈਂਬਰੀ ਪੰਚ ਪ੍ਰਧਾਨੀ ਚੁਣੀ ਆ, 5 ਮੈਂਬਰੀ ਫੈਸਲਾ ਲਊਗੀ। ਉਹ ਕਿਸਾਨਾਂ ਦੇ ਹਿੱਤ ਵਿੱਚ ਹੋਵੇ, ਉਹ ਨੌਜਵਾਨੀ ਦੇ ਹਿੱਤ ਵਿੱਚ ਹੋਵੇ, ਉਹ ਕੋਈ ਵੀ ਮਸਲਾ ਪੰਥ ਨੂੰ ਪੈਂਦਾ ਵਾ ਉਹਦੇ ਤੇ ਵਿਚਾਰ ਵਟਾਂਦਰਾ ਹੋਊਗਾ ਤੇ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਊਗੀ। ਕਾਮਯਾਬੀ ਮਿਲਣੀ ਚਾਹੀਦੀ ਹੈ ਕਿਉਂਕਿ ਅਕਾਲ ਯੂਥ ਦਾ ਗਠਨ ਹੋਇਆ ਵਾ। ਅਕਾਲ ਯੂਥ ਵੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕੁ ਪਲਾਂਘਾਂ ਪੁੱਟਦਾ ਵਾ। ਇੱਥੇ ਵੱਖੋ ਵੱਖਰੇ ਨੁਮਾਇੰਦੇ ਇੱਥੇ ਪਹੁੰਚੇ ਆ ਤੇ ਕੁਝ ਸੰਸਥਾਵਾਂ ਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਆ। ਪਹਿਲਾਂ ਫਤਿਹ ਸਾਂਝ ਪੰਨੇ ਵੀਰ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸ਼ੁਭ ਨਾਮ ਆਪਣਾ? ਇਹ ਗੁਰਸ਼ਰਨ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਖਡੂਰ ਸਾਹਿਬ ਜੀ, ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ। ਬੀਤੀ ਚੰਦ ਸੰਪਰਦਾ ਵੱਲੋਂ ਤੁਸੀਂ ਆਏ ਆ, ਤੁਸੀਂ ਵੀ ਹਾਜ਼ਰੀਆਂ ਲਵਾ ਰਹੇ ਹੋ ਇਸੇ? ਹਾਂਜੀ ਹਾਂਜੀ ਹਾਂਜੀ। ਕਹਿਣਾ ਚਾਹੋਗੇ ਜੀ? ਇਹੋ ਹੀ ਹੈ ਜੀ, ਅਸੀਂ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਇਸ ਟਾਈਮ ਲੀਡਰਸ਼ਿਪ ਤੋਂ ਗੁਰੂ ਪਿਆਰੀ ਸਾਧ ਸੰਗਤ ਦਾ ਭਰੋਸਾ ਚੁੱਕਿਆ ਗਿਆ ਵਾ ਤਕਰੀਬਨ ਪਰ ਫਿਰ ਵੀ ਇੱਕ ਕਿਰਨ ਜਾਗੀ ਆ। ਭਾਈ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜੋ ਇਹ ਜਥੇਬੰਦੀ ਐਲਾਨੀ ਗਈ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ 1984 ਵਿੱਚ ਆਪਣਾ ਰੋਲ ਅਦਾ ਕੀਤਾ ਸੀ ਤੇ ਗੁਰੂ ਸਾਹਿਬ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਆਸ ਰੱਖਦੇ ਹਾਂ ਵੀ ਬਾਲ ਬਖਸ਼ਣ ਕਿਰਪਾ ਕਰਨ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਫਰਜ਼ ਨਿਭਾ ਕੇ ਇਹ ਵੀ ਕੌਮ ਦੀਆਂ ਪ੍ਰਾਪਤੀਆਂ ਵੱਲ ਅੱਗੇ ਵਧਣ। ਫੈਡਰੇਸ਼ਨ ਦਾ ਨਿਘਾਰ ਦੇ ਕਾਰਨ ਵੀ ਹੈਗੇ ਆ। ਅੱਜ ਅਕਾਲ ਯੂਥ ਬਣਿਆ ਵਾ, ਫੈਡਰੇਸ਼ਨ ਨਿਘਾਰ ਹੋ ਚੁੱਕਾ ਵਾ। ਜਿਵੇਂ ਹੁਣੇ ਵੀਰ ਨੇ ਗੱਲ ਕੀਤੀ ਕਾਲੋਂ ਸਾਹਿਬ ਨੇ ਕਿ ਅੱਜ ਜਿਹੜੇ ਫੈਡਰੇਸ਼ਨ ਦੇ ਆਗੂ ਹੈਗੇ ਕੇਵਲ ਟਾਂਗੇ ਤੇ ਬਹਿਣ ਜੋਗੇ ਵੀ ਨਹੀਂ ਹੈਗੇ, ਇੰਨੀ ਘਟ ਚੁੱਕੀ ਆ। ਪਰ ਬਹੁਤ ਵੰਡੀਆਂ ਪੈ ਚੁੱਕੀਆਂ ਵਾ ਕੌਮ ਦੇ ਵਿੱਚ, ਬੜੀਆਂ ਫੈਡਰੇਸ਼ਨਾਂ ਬਣ ਚੁੱਕੀਆਂ ਵਾ, ਨਿਘਾਰ ਬਹੁਤ ਆ ਚੁੱਕਾ। ਨਹੀਂ ਜੀ, ਮੈਂ ਉਸ ਫੈਡਰੇਸ਼ਨ ਦੀ ਗੱਲ ਕਰਦਾ ਜਿਹਦੇ ਪ੍ਰਧਾਨ ਸਰਦਾਰ ਭਾਈ ਅਮਰੀਕ ਸਿੰਘ ਜੀ ਹੀ। ਹਾਂਜੀ, ਹੋਣ ਵਾਲੀਆਂ ਦਾ ਨਹੀਂ, ਹੁਣ ਤੇ ਜ਼ਿਆਦਾਤਰ ਕੋਈ ਆਪਣਾ ਰੋਜੀ ਰੋਟੀਆਂ ਜਾਂ ਕਿਸ ਤਰ੍ਹਾਂ ਚੱਲਿਆ ਜਾਂ ਡਰ ਜਾਂ ਭੈ ਦੇ ਅਧੀਨ ਕੁਝ ਬੋਲ ਨਹੀਂ ਪਾਉਣ ਡਏ। ਪਰ ਜਿਹੜਾ ਅਕਾਲ ਯੂਥ ਆ, ਇਹ ਨੌਜਵਾਨਾਂ ਦੀ ਜਥੇਬੰਦੀ ਆ। ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਮੇਰਾ ਕਹਿਣ ਦਾ ਭਾਵ ਆ ਵੀ ਉਹ ਸਮੇਂ ਵਾਲਾ ਰੋਲ ਜਿਹੜਾ ਹੁਣ ਇਹ ਅਦਾ ਕਰੂਗੀ। ਧੰਨਵਾਦ ਜੀ। ਬੜੀਆਂ ਵੱਡੀਆਂ ਆਸਾਂ ਵਾ ਅਕਾਲ ਯੂਥ ਤੇ। ਅਕਾਲ ਯੂਥ ਇੱਕ ਵੱਡਾ ਰੋਲ ਨਿਭਾਊਗਾ। ਜੇ ਗੱਲ ਕੀਤੀ ਜਾ ਰਹੀ ਹੈ ਕਿ ਭਾਈ ਅਮਰੀਕ ਸਿੰਘ ਵਾਲੀ ਫੈਡਰੇਸ਼ਨ ਦੀ, ਤੇ ਅਕਾਲ ਯੂਥ ਸ਼ਾਇਦ ਭਾਈ ਅਮਰੀਕ ਸਿੰਘ ਵਾਲੀ ਫੈਡਰੇਸ਼ਨ ਦੀ ਅਗਵਾਈ ਜਿਵੇਂ ਕੀਤੀ ਸੀ ਉਸੇ ਤਰ੍ਹਾਂ ਉਸ ਚੀਜ਼ ਦੀ ਅਗਵਾਈ ਕਰੂਗਾ। ਤੇ ਆਉਣ ਵਾਲੇ ਸਮੇਂ ਦੇ ਇੱਕ ਵੱਡੀ ਆਸ ਕੀਤੀ ਜਾ ਰਹੀ ਆ ਕਿ ਅਕਾਲ ਯੂਥ ਜਿਵੇਂ ਭਾਈ ਅਮਰੀਕ ਸਿੰਘ ਨੇ ਫੈਡਰੇਸ਼ਨ ਦੇ ਵਿੱਚ ਇਤਿਹਾਸ ਰਾਜ ਦਿੱਤਾ ਸੀ ਤੇ ਇਹ ਵੀ ਇੱਕ ਇਤਿਹਾਸ ਹੀ ਰਚਿਆ ਜਾਊਗਾ। ਇਹ ਤਸਵੀਰਾਂ ਵੇਖ ਸਕਦੇ ਆ, ਅੰਮ੍ਰਿਤਸਰ ਦੀਆਂ ਤਸਵੀਰਾਂ ਵਾ। ਅੰਮ੍ਰਿਤਸਰ ਦੇ ਸਾਰਾਗੜ੍ਹੀ ਸਰਾਂ ਦੇ ਬਿਲਕੁਲ ਸਾਹਮਣੇ, ਜਿੱਥੇ ਕਿ ਇੱਕ ਵੱਡਾ ਇਕੱਠ ਨੌਜਵਾਨੀ ਦਾ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਹੁੰਦੀ ਆ। ਅਕਾਲ ਯੂਥ ਦਾ ਗਠਨ ਕਰ ਦਿੱਤਾ ਜਾਂਦਾ ਵਾ। ਅਕਾਲ ਯੂਥ ਦੇ ਗਠਨ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਬਾਅਦ ਦੇ ਵਿੱਚ 5 ਮੈਂਬਰੀ ਜਿਹੜੀ ਕਿ ਪੰਚ ਪ੍ਰਧਾਨੀ ਚੁਣ ਲਈ ਗਈ ਆ। ਪੰਚ ਪ੍ਰਧਾਨੀ ਦੇ ਨੁਮਾਇੰਦਿਆਂ ਨਾਲ ਆਪਾਂ ਗੱਲਬਾਤ ਕੀਤੀ ਸੀ, ਰਾਜਨਦੀਪ ਨਾਲ ਗੱਲਬਾਤ ਕੀਤੀ ਸੀ, ਜਸਵਿੰਦਰ ਇੱਥੇ ਪਹੁੰਚੇ ਹੈਗੇ ਆ, ਉਹਨਾਂ ਵੀਰਾਂ ਨਾਲ ਗੱਲਬਾਤ ਕਰਾਂਗੇ। ਹੋਰ ਵੀ ਇੱਥੇ ਵੀਰ ਪਹੁੰਚੇ ਆ, ਨੁਮਾਇੰਦੇ ਇੱਥੇ ਪਹੁੰਚੇ ਆ, ਸੰਪਰਦਾਵਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਆ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸ਼ੁਭਨਾਮਾ? ਪਹਿਲਾਂ ਤਾਂ ਮੈਂ ਸਾਰੀ ਹੀ ਜਿੰਨੀ ਵੀ ਸੰਗਤ ਆ ਜਾਂ ਮੀਡੀਆ ਵਾਲੇ ਮੇਰੇ ਭਰਾ ਆ, ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ। ਬਾਕੀ ਇਹ ਆ ਜੀ, ਸਿੰਘ ਸਾਹਿਬ ਜਥੇਦਾਰ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਕਾਲ ਯੂਥ ਜਥੇਬੰਦੀ ਦਾ ਅੱਜ ਐਲਾਨ ਕੀਤਾ ਜਾ ਰਿਹਾ ਹੈ, ਜੋ ਹੋ ਚੁੱਕਾ ਹੈ। ਇਹਦੇ ਵਿੱਚ ਇਹੀ ਆ ਵੀ ਹਰ ਪੰਜਾਬ ਦਾ ਮੁੱਦਾ
ਜਿਹਨੂੰ ਜਿਹਦੇ ਰਾਹੀਂ ਕੇਂਦਰ ਸਰਕਾਰ ਜਾਂ ਜੋ ਵੀ ਸਮੇਂ ਦੀ ਸਰਕਾਰ, ਭਾਵੇਂ ਪੰਜਾਬ ਸਰਕਾਰ ਹੋਵੇ, ਸਮੇਂ-ਸਮੇਂ ਨਾਲ ਪੰਜਾਬ ਨਾਲ ਧੋਖਾ ਕਰਦੀ ਆ ਰਹੀ ਹੈ। ਜਦ ਕਿ ਪੰਜਾਬ ਨੇ ਹਰ ਪੱਖ ਦੇ ਵਿੱਚ ਵੱਧ ਚੜ ਕੇ ਸੇਵਾ ਯੋਗਦਾਨ, ਹਰ ਕੰਮ ਦੇ ਵਿੱਚ ਵੱਧ ਤੋਂ ਵੱਧ ਸ਼ਹੀਦੀਆਂ, ਕੁਰਬਾਨੀਆਂ, ਸੇਵਾ ਕੀਤੀ ਹੈ ਪੰਜਾਬ ਨੇ। ਪਰ ਹਰ ਵਾਰ ਪੰਜਾਬ ਨੂੰ ਧੱਕਿਆ ਜਾ ਰਿਹਾ, ਪੰਜਾਬ ਨਾਲ ਧੋਖਾ ਹੋ ਰਿਹਾ, ਪੰਜਾਬ ਦੀ ਪੇਠੇ ਛੁਰਾ ਮਾਰਿਆ ਜਾ ਰਿਹਾ ਹੈ। ਉਹਨਾਂ ਚੀਜ਼ਾਂ ਸਾਰੀਆਂ ਨੂੰ ਹੀ ਵੇਖਦੇ ਹੋਏ ਜਥੇਦਾਰ ਸਾਹਿਬ ਨੇ, ਜਿਨ੍ਹਾਂ ਤੋਂ ਜੋ ਆਪਣੇ ਪੰਥ ਦੇ ਬੈਠੇ ਡੇਰਾਦਾਰ ਬਾਬੇ ਬੈਠੇ ਆ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਹਦੇ ਤੇ ਉਹ ਰੋਟੀ ਖਾ ਰਹੇ ਆ, ਜਿਹਦੇ ਨਾਂ ਤੋਂ ਉਹਦਾ ਡਰ ਭਉ ਭੁੱਲ ਚੁੱਕਾ ਆ, ਤੇ ਉਹ ਉਸ ਚੀਜ਼ ਦਾ ਡਰ ਭਉ ਭੁਲਾ ਕੇ ਸਰਕਾਰਾਂ ਦਾ ਡਰ ਰੱਖ ਕੇ ਆਪਣਾ ਸਮਾਂ ਕੱਟ ਰਹੇ ਆ। ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਅਕਾਲ ਜੂਸ ਜਥੇਬੰਦੀ ਨੌਜਵਾਨਾਂ ਦਾ ਇਕੱਠ ਕੀਤਾ ਹੈ, ਨੌਜਵਾਨੀ ਨੂੰ ਇਕੱਤਰ ਕੀਤਾ ਹੈ। ਇਹ ਨੌਜਵਾਨ ਸ਼ਕਤੀ ਜਿਵੇਂ ਜਿਵੇਂ ਵੀ ਸਿੰਘ ਸਾਹਿਬ ਦੇ ਦਿਸ਼ਾ ਨਿਰਦੇਸ਼ ਹੋਣਗੇ, ਉਹਨਾਂ ਅਨੁਸਾਰ ਕੰਮ ਕਰਦੀ ਰਹੇਗੀ ਤੇ ਪੰਜਾਬ ਦੇ ਹੱਕ ਵਾਸਤੇ ਲੜਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਿ ਸ੍ਰੀ ਅਕਾਲ। ਅਕਾਲ ਯੂਥ ਜਿਹੜੀ ਪੰਜਾਬ ਦੇ ਹੱਕ ਵਾਸਤੇ ਲੜਦੀ ਰਹੂਗੀ। ਯੂਥ ਆਗੂ ਆ, ਯੂਥ ਆਗੂਆਂ ਦੀ 5 ਮੈਂਬਰੀ ਕਮੇਟੀ ਚੁਣ ਲਈ ਆ। 5 ਮੈਂਬਰੀ ਕਮੇਟੀ ਜਿਹੜੀ ਵੱਖੋ ਵੱਖਰੇ ਮਸਲਿਆਂ ਤੇ ਵਿਚਾਰ ਚਰਚਾ ਕਰਦੀ ਰਹੂਗੀ ਤੇ ਉਹਨਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰੂਗੀ। ਕਿ ਆਪਣਾ ਸ਼ੁਭ ਨਾਮ ਵੀਰ ਜੀ? ਮੈਂ ਬਲਜੀਤ ਸਿੰਘ ਖਾਲਸਾ, ਚੰਡੀਗੜ੍ਹ। ਕਿਹੜੀ ਚੰਡੀਗੜ੍ਹ ਤੋਂ ਆਏ ਤੁਸੀਂ? ਹਾਂਜੀ ਹਾਂਜੀ। ਤੁਹਾਨੂੰ ਜਿਹੜੀ ਅੱਜ ਅਕਾਲ ਯੂਥ ਚੁਣਿਆ ਗਿਆ ਵਾ, ਇੱਕ ਵੱਡੀਆਂ ਜ਼ਿੰਮੇਵਾਰੀਆਂ ਵਾ, ਕਿਉਂਕਿ ਯੂਥ ਦੀ ਜੇ ਗੱਲ ਕਰਦੇ ਤਾਂ ਹਰ ਪਾਰਟੀ ਨੇ ਯੂਥ ਬਣਾਇਆ, ਪਰ ਯੂਥ ਨੇ ਕੀ ਜ਼ਿੰਮੇਵਾਰੀਆਂ ਨਿਭਾਈਆਂ ਉਹ ਸਾਨੂੰ ਵੀ ਪਤਾ। ਸਾਡਾ ਨੌਜਵਾਨ ਕੁਛ ਤੇ ਪਤਿਤਮ ਵਾਲੇ ਪਾਸੇ ਜਾ ਰਿਹਾ ਤੇ ਜਾਂ ਨੌਜਵਾਨੀ ਜਿਹੜੀ ਹੈਗੀ ਨਸ਼ੇ ਵਾਲੇ ਪਾਸੇ ਵੀ ਜਾ ਰਹੀ ਆ, ਪਰ ਅੱਜ ਵਾਲੀ ਤੋਂ ਕੀ ਆਸਾਂ ਰੱਖਦੇ? ਜਿਹੜਾ ਅੱਜ ਵਾਲੇ ਦਾ ਇਹ ਪ੍ਰੋਗਰਾਮ ਹੈ, ਮੈਂ ਇਸ ਜਥੇਬੰਦੀ ਨੇ ਵੀ ਤੇ ਬਾਕੀਆਂ ਨੇ ਵੀ ਕਹਿਣਾ ਵੀ ਜਿਹੜੇ ਕੌਮ ਵਾਸਤੇ ਹਕੀਕੀ ਤੌਰ ਤੇ ਲੜਾਈ ਲੜਦੇ ਆ, ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ। ਮੈਂ ਚੰਡੀਗੜ੍ਹ ਸ਼ਹਿਰ ਵਿਖੇ, ਚੰਡੀਗੜ੍ਹ 'ਚ ਮਾਂ ਬੋਲੀ ਪੰਜਾਬੀ ਦਾ ਨਾਮ ਨਿਸ਼ਾਨ ਵੀ ਨਹੀਂ ਸੀਗਾ, ਸਰਕਾਰ ਨੇ ਬਿਲਕੁਲ ਖਤਮ ਕਰ ਦਿੱਤੀ ਸੀਗੀ। ਮੈਂ ਸਮੇਤ ਗਵਰਨਰ ਪੰਜਾਬ ਕੋਈ ਸਰਕਾਰੀ ਦਫ਼ਤਰ ਛੱਡਿਆ ਨਹੀਂ ਜਿਹਦੇ ਬੋਰਡ ਤੇ ਪੰਜਾਬੀ ਨਹੀਂ ਸੀ ਲਿਖੀ, ਸਭ ਦੀ ਫੱਟੀ ਪਹੁੰਚੀ ਆ। ਤੇ ਉਹਨਾਂ ਮਾਮਲਿਆਂ ਦੇ ਵਿੱਚ ਮੇਰੀ ਬਹੁਤ ਵਾਰ ਗ੍ਰਿਫਤਾਰੀ ਵੀ ਹੋਈ ਹੈ, ਜੇਲ੍ਹ ਵੀ ਗਿਆ, ਜੁਰਮਾਨੇ ਵੀ ਹੋਏ, ਪਰ ਮੈਨੂੰ ਇਹਨਾਂ ਜਥੇਬੰਦੀਆਂ ਦੇ, ਇਹਨਾਂ ਲੀਡਰਾਂ ਦੇ ਅਫਸੋਸ ਹੈ, ਇਹਨਾਂ ਨੇ ਕਦੀ ਮੇਰੀ ਜ਼ਮਾਨਤ ਕਰਾਉਣ ਦੀ ਲੋੜ ਨਹੀਂ ਸਮਝੀ। ਇਸ ਤੋਂ ਕੀ ਆਸ ਰੱਖਦੇ ਆ? ਅਕਾਲ ਯੂਥ ਤੁਹਾਨੂੰ ਲੱਗਦਾ ਕਿ ਇਹ ਨਿਘਾਰ ਵਾਲੇ ਪਾਸੇ ਜਾ ਰਹੀ ਹੈ ਕੌਮ, ਇਹਦੇ ਵਿੱਚ ਕੋਈ ਫਾਇਦਾ ਲਿਆਊ? ਅਕਾਲ ਯੂਥ ਇਹ ਨਵੀਂ ਜਥੇਬੰਦੀ ਬਣੀ ਆ ਤੇ ਮੈਂ ਇਹਨਾਂ ਆਦਮ ਵੀ ਆਸ ਉਮੀਦ ਕਰ ਰਿਹਾ, ਇਹਨਾਂ ਨੇ ਬੇਨਤੀ ਕਰ ਰਿਹਾ ਵੀ ਜਦੋਂ ਆਪਾਂ ਆਗੇ ਹੋ ਕੇ ਲੜਾਈ ਲੜਦੇ ਹਾਂ ਤੇ ਸਾਡੀ ਮਦਦ ਵੀ ਕੀਤੀ ਜਾਵੇ। ਨਹੀਂ ਤਾਂ ਜਥੇਬੰਦੀਆਂ ਤਾਂ ਪਹਿਲੇ ਵੀ ਤੇਰੀ ਹੈ। ਜੇ ਮਹਾਰਾਜ ਨੇ ਤਾਂ ਬਚਨ ਕੀਤਾ ਸੀਗਾ 1.25 ਲੱਖ ਸੇ ਏਕ ਲੜਾਊਂ ਤਬ ਹੈ ਗੋਬਿੰਦ ਸਿੰਘ ਨਾਮ ਕਹਾਊਂ। ਤੇ ਜਦੋਂ ਕੋਈ ਬੰਦਾ ਕੁਰਬਾਨੀ ਕਰਦਾ, ਆਗੇ ਹੋ ਕੇ ਸਰਕਾਰੀ ਜ਼ੁਲਮ ਦੇ ਖਿਲਾਫ ਲੜਾਈ ਲੜਦਾ ਤੇ ਪਿੱਠ ਪਿੱਛੇ ਕਿਸੇ ਨੇ ਵੀ ਮਦਦ ਕਰਨੀ ਨਹੀਂ, ਤੇ ਐਸੀ ਜਥੇਬੰਦੀਆਂ ਦਾ ਤੇ ਐਸੇ ਜਥੇਦਾਰਾਂ ਦਾ ਤਾਂ ਕੋਈ ਫਾਇਦਾ ਨਹੀਂ। ਬਿਲਕੁਲ ਜੀ, ਕੁਝ ਕੌੜੇ ਆ ਸ਼ਬਦ, ਪਰ ਬਿਲਕੁਲ ਸੱਚਾਈ ਆ ਕਿ ਇਹੋ ਜਿਹੀ ਜਥੇਬੰਦੀ ਨੂੰ ਕੀ ਕਰਨਾ ਜੇ ਕੌਮ ਨੂੰ ਲੋੜ ਪੈਂਦੀ ਆ, ਜੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅੱਗੇ ਨਹੀਂ ਆਉਂਦੇ ਆ। ਪਰ ਅਕਾਲ ਯੂਥ ਤੇ ਇੱਕ ਭਰੋਸਾ ਜ਼ਰੂਰ ਪ੍ਰਗਟ ਕੀਤਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਯੂਥ ਜ਼ਰੂਰ ਸਾਡੀ ਗੱਲ ਰੱਖੂਗਾ ਤੇ ਜਿੱਥੇ ਲੋੜ ਪੈਂਦੀ ਆ ਪੰਥ ਨੂੰ ਉੱਥੇ ਨਿਧੜਕ ਹੋ ਕੇ ਗੱਲ ਕਰਨਗੇ। ਜਸਵਿੰਦਰ ਸਿੰਘ ਰਾਜਪੁਰਾ ਸਾਡੇ ਨਾਲ ਪਹੁੰਚ ਗਏ ਕਿਉਂਕਿ 5 ਮੈਂਬਰੀ ਪੰਚ ਪ੍ਰਧਾਨੀ ਜਿਹੜੀ ਗਈ ਆ, ਬਣਾਈ ਗਈ ਆ, ਉਹਦੇ ਮੈਂਬਰ ਸਾਹਿਬਾਨ ਵੀ ਹਨ ਤੇ ਆਉਣ ਵਾਲੇ ਸਮੇਂ 'ਤੇ ਇੱਕ ਵੱਡੀਆਂ ਜ਼ਿੰਮੇਵਾਰੀਆਂ ਵਾ ਕੌਮ ਨੂੰ, ਕਿਉਂਕਿ ਜਿੰਨੇ ਵੀ ਵੀਰਾਂ ਨੇ ਇੱਥੇ ਗੱਲ ਕੀਤੀ ਹੈ ਤੇ ਹਰ ਇੱਕ ਨੇ ਇਹੋ ਗੱਲ ਕਹੀ ਕਿ ਸਾਨੂੰ ਵੱਡੀ ਉਮੀਦ ਹੈ ਇਹਨਾਂ ਕੋਲੋਂ। ਉਮੀਦ ਤੇ ਖਰੇ ਉਤਰਦੇ ਆ ਕਿਉਂਕਿ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੀ ਕਿ ਜਥੇਬੰਦੀ ਬਣਾ ਦਿੱਤੀ ਗਈ ਆ, ਉਹਦੇ ਆਗੂ ਦੇ ਵਿੱਚ ਜਸਵਿੰਦਰ ਸਿੰਘ ਰਾਜਪੁਰਾ ਸਾਡੇ ਨਾਲ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੀ ਜ਼ਿੰਮੇਵਾਰੀ ਆ, ਜਿਹਦੇ ਨਾਲ ਗੱਲ ਕੀਤੀ ਉਹਨਾਂ ਨੇ ਇਹੋ ਆਸ ਪ੍ਰਗਟਾਈ ਹੈ ਕਿ ਹੁਣ ਤੱਕ ਸਿਆਸੀਆਂ ਨੇ ਜਾਂ ਜਿਹੜੀਆਂ ਜਥੇਬੰਦੀਆਂ ਯੂਥ ਦੀਆਂ ਬਣੀਆਂ ਸਾਨੂੰ ਕੋਈ ਖਾਸ ਫਾਇਦਾ ਨਹੀਂ ਦਿੱਤਾ। ਕੀ ਲੱਗਦਾ ਇਹ ਜਥੇਬੰਦੀ ਪੂਰਨ ਤੌਰ ਤੇ ਭਰੋਸੇ ਪ੍ਰਾਪਤ ਕਰੂਗੀ ਸਾਰਿਆਂ ਨੂੰ? ਦੇਖੋ ਜੀ, ਮਤਲਬ ਮੈਂ ਅੱਜ ਅਸੀਂ ਅਕਾਲ ਤਖਤ ਸਾਹਿਬ ਉੱਥੇ ਜਾ ਕੇ ਅਰਦਾਸ ਵੀ ਕੀਤੀ ਹੈ ਤੇ ਜਥੇਦਾਰ ਸਾਹਿਬ ਨੇ ਵੀ ਸਾਡੇ ਤੇ ਭਰੋਸਾ ਜਤਾਇਆ। ਮੈਂ ਤੁਹਾਡੇ ਮੀਡੀਆ ਦੇ ਸਾਹਮਣੇ, ਪੰਥ ਦੇ ਸਾਹਮਣੇ ਇਹ ਮਤਲਬ ਬੇਨਤੀ ਕਰਦਾ ਕਿ ਬਿਲਕੁਲ ਤੁਸੀਂ ਭਰੋਸਾ ਜਤਾ ਸਕਦੇ ਹੋ ਕਿਉਂਕਿ ਇਹ ਬਿਲਕੁਲ ਨਿਰੋਲ ਨੌਜਵਾਨਾਂ ਦੀ ਜਥੇਬੰਦੀ ਹੈ। ਪਹਿਲਾਂ ਕੀ ਸਮੱਸਿਆ ਆਉਂਦੀ ਹੈ ਵੀ ਜਿਹੜੇ ਆਗੂ 30 40 ਸਾਲ ਤੋਂ ਆਗੂ ਬਣੀ ਬੈਠੇ ਨੇ, ਉਹੀ ਬੰਦੇ ਜਥੇਬੰਦੀਆਂ ਬਣਾਈ ਜਾਂਦੇ ਨੇ, ਉਹੀ ਬੰਦੇ ਉਹਨੂੰ ਚਲਾਉਂਦੇ ਨੇ ਤੇ ਉਹਨਾਂ ਨੇ ਜੇ ਪਹਿਲਾਂ ਕੁਝ ਨਹੀਂ ਕੀਤਾ ਤੇ ਦੁਬਾਰਾ ਕੀ ਕਰਨਗੇ। ਸੋ ਇਹ ਬਿਲਕੁਲ ਨੌਜਵਾਨ ਧਿਰ ਦੀ ਜਥੇਬੰਦੀ ਹੈ ਜਿਹੜੀ ਕਿ ਇੰਨੇ ਵੱਡੇ ਪੱਧਰ ਤੇ ਬਣਾਈ ਗਈ ਹੈ। ਹਰ ਪੰਜਾਬ ਦੇ ਕੋਨੇ 'ਚੋਂ, ਹਰ ਜ਼ਿਲ੍ਹੇ 'ਚੋਂ, ਹਰ ਕਸਬੇ 'ਚੋਂ ਇੱਥੇ ਵੱਡੀ ਗਿਣਤੀ 'ਚ ਨੌਜਵਾਨ ਪਹੁੰਚੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਲਦੀ ਇੱਕ ਵੱਡਾ ਕਾਫਲਾ ਸ਼ੰਭੂ ਬਾਰਡਰ ਤੇ ਲੈ ਕੇ ਵੀ ਜਾਵਾਂਗੇ ਜਿਹੜਾ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ। ਸ਼ੰਭੂ ਬਾਰਡਰ ਤੇ ਜਾਣਾ ਵਾ ਸਰ, ਤੁਸੀਂ ਪਹੁੰਚੇ ਹੋਏ, ਇੱਥੇ ਮੋਰਚਾ ਲੱਗਾ ਵਾ, ਉਸ ਮੋਰਚੇ ਬਾਰੇ ਕੀ ਵਿਚਾਰ ਆ? ਤੁਸੀਂ ਉੱਥੇ ਪਹੁੰਚੋਗੇ? ਦੇਖੋ ਜੀ, ਮੋਰਚੇ ਦੇ ਵਿੱਚ ਪਹਿਲਾਂ ਸਾਡੇ ਨਾਲ ਦੇ ਬਹੁਤ ਸਿੰਘ ਨੇ, ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਉਹਦੇ ਬਾਰੇ ਸਿੰਘ ਸਾਹਿਬ
ਰਾਮ ਸਿੰਘ ਜੀ ਵੀ ਦੱਸ ਕੇ ਗਏ ਨੇ, ਸਾਰਾ ਵਿਸਤਾਰ ਦੇ ਨਾਲ ਦੱਸ ਚੁੱਕੇ ਨੇ। ਮੈਂ ਸਮਝਦਾ ਉਸ ਬਾਬਤ ਹੋਰ ਅੱਗੇ ਗੱਲ ਕਰਨ ਦੀ ਲੋੜ ਨਹੀਂ। ਮੋਰਚੇ ਦੀ ਗੱਲ ਕਰੀਏ 328 ਰੁਪਏ ਦਾ ਮਸਲਾ ਉਹ ਵੀ ਘੱਟ ਨਹੀਂ ਹੈਗਾ, ਕਿਉਂਕਿ ਉੱਥੇ ਵੀ ਹੋਣ ਦੀ ਗੱਲ ਹੋ ਰਹੀ ਹੈ। ਸ਼ੰਭੂ ਬਾਰਡਰ ਇਸ ਟਾਈਮ ਤੇ ਚਰਚਾ 'ਚ ਆ, ਉੱਥੇ ਵੀ ਜ਼ਰੂਰੀ ਆ, ਪਰ ਇਹ 328 ਰੁਪਏ ਦਾ ਮਸਲਾ ਵਾ। ਪੰਥਕ ਮਸਲਿਆਂ ਦੀ ਗੱਲ ਕੀਤੀ ਆ, ਤੁਹਾਡੇ ਤੇ ਇੱਕ ਵੱਡੀ ਜ਼ਿੰਮੇਵਾਰੀ ਗੱਲ ਕੀਤੀ ਜਾ ਰਹੀ ਹੈ ਕਿ ਵੱਡੀਆਂ ਜ਼ਿੰਮੇਵਾਰੀਆਂ ਭੁਗਤਾਓਗੇ। 328 ਰੁਪਏ ਦਾ ਮਸਲਾ ਵਾ, ਕਿ ਇਸ ਮਸਲੇ ਨੂੰ ਕਿਵੇਂ ਵੇਖਦੇ? ਦੇਖੋ ਜੀ, ਜਿਹੜਾ 328 ਰੁਪਏ ਦਾ ਮਸਲਾ ਵਾ, ਅਸੀਂ ਪਹਿਲੇ ਦਿਨ ਤੋਂ ਜਦੋਂ ਤੋਂ ਮਤਲਬ ਬਾਦਲ ਪਰਿਵਾਰ ਨੇ ਆਪਣੇ ਕਬਜ਼ੇ ਹੇਠ ਕੀਤਾ, ਪੂਰਾ ਪੰਥ ਮਤਲਬ ਉਹਦਾ ਵਿਰੋਧ ਕਰਦਾ ਵਾ। ਅਸੀਂ ਵੀ ਇਸ ਦਾ ਵਿਰੋਧ ਕਰਦੇ ਹਾਂ ਤੇ ਨੌਜਵਾਨਾਂ ਨੂੰ ਜਿਹੜੀ ਸਾਡੀ ਲੌਂਗ ਟਰਮ ਪਾਲਿਸੀ ਹੈ, ਨੌਜਵਾਨਾਂ ਨੂੰ ਮਤਲਬ ਤਿਆਰ ਕਰਾਂਗੇ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਦੇਖੋ 328 ਰੁਪਏ ਦੀ ਤੁਸੀਂ ਗੱਲ ਕਰ ਰਹੇ ਹੋ, ਠੀਕ ਹੈ। ਉਸ ਤੋਂ ਪਹਿਲਾਂ ਜੇ ਗੱਲ ਕਰੀਏ, ਇਹਨਾਂ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ। ਉਸ ਤੋਂ ਬਾਅਦ ਦੀ ਗੱਲ ਕਰ ਲਈਏ, 5 ਪਿਆਰਿਆਂ ਨੂੰ ਉੱਥੋਂ ਮਤਲਬ ਬਰਖਾਸਤ ਕੀਤਾ ਗਿਆ ਤੇ ਹੋਰ ਹੀ ਪੰਥ ਦੇ ਖਿਲਾਫ ਕਿੰਨੇ ਵੱਡੇ ਫੈਸਲੇ ਲਏ ਗਏ। ਸੋ ਉਹਦਾ ਸਾਰਿਆਂ ਦਾ ਇੱਕੋ ਹੱਲ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਪਟ ਹੋ ਗਈ ਹੈ, ਉੱਥੇ ਪ੍ਰਬੰਧਕ ਨੇ, ਉੱਥੇ ਪ੍ਰਧਾਨ ਨੇ, ਉਹਨਾਂ ਨੂੰ ਲਾਹਿਆ ਜਾਵੇ। ਜਿਹੜੀ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਨੇ, ਉਹਦੇ ਵਿੱਚ ਅਸੀਂ ਅਕਾਲ ਯੂਥ ਦੇ ਨੌਜਵਾਨਾਂ ਨੂੰ ਖੜਿਆ ਕਰਾਂਗੇ। ਇਹ ਪਹਿਲੀ ਵਾਰੀ ਸ਼ਾਇਦ ਇਤਿਹਾਸ ਦੇ ਵਿੱਚ ਹੋਵੇਗਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੇ ਵਿੱਚ ਨੌਜਵਾਨ ਹਿੱਸਾ ਲੈਣਗੇ। ਸੁੰਦਰ ਜੀ, ਐਸਜੀਪੀਸੀ ਦੀ ਇਲੈਕਸ਼ਨ ਤੁਸੀਂ ਗੱਲ ਕਰ ਰਹੀ ਹੈ, ਸ਼ਾਇਦ 6 ਮਹੀਨਿਆਂ 'ਚ ਕਹਿ ਰਹੇ ਕਿ ਇਲੈਕਸ਼ਨ ਆ ਵੀ ਸਕਦੀ ਆ, ਤਾਂ ਅਕਾਲ ਯੂਥ ਦਾ ਅੱਜ ਗਠਨ ਹੋ ਚੁੱਕਾ ਵਾ। ਹੋਰ ਵੀ ਕਈ ਜਥੇਬੰਦੀਆਂ ਵਾ ਜਿਹੜੀਆਂ ਉਹ ਪਾਸੇ ਵੇਖ ਰਹੀਆਂ ਕਿ ਅਸੀਂ ਵੀ ਐਸਜੀਪੀਸੀ ਹਥਿਆਉਣਾ ਚਾਹੁੰਦੇ ਬਾਦਲਾਂ ਕੋਲ। ਇੱਕ ਹਥਿਆਉਣ ਵਾਲੀ ਗੱਲ ਵੀ ਹੈਗੀ ਆ। ਦੂਜੇ ਪਾਸੇ ਪੰਥਕ ਸਭਾ ਦੀ ਗੱਲ ਕਰਦੇ ਹਾਂ ਤਾਂ ਐਸਜੀਪੀਸੀ ਉਹਨਾਂ ਹੱਥਾਂ 'ਚ ਜਾਣੀ ਚਾਹੀਦੀ ਆ ਜਿਹੜੇ ਚੰਗੇ ਕਾਰਜ ਹੋਣ। ਤੁਹਾਨੂੰ ਕੀ ਲੱਗਦਾ ਕਿ ਸਾਰੇ ਰਲ ਮਿਲ ਕੇ ਲੜਾਂਗੇ ਜਾਂ ਵੱਖੋ ਵੱਖਰੇ ਤੌਰ ਤੇ ਲੜ ਕੇ ਫਿਰ ਅਕਾਲੀ ਦਲ ਬਾਦਲ ਨੂੰ ਜਿਤਾਤਾ ਜਾਊਗਾ? ਦੇਖੋ ਜੀ, ਅਸੀਂ ਪਹਿਲਾਂ ਤੋਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਹਰ ਜਥੇਬੰਦੀ ਦਾ ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਬਿਲਕੁਲ ਰਲ ਕੇ ਲੜਾਂਗੇ। ਉਹ ਸਾਡਾ ਸਹਿਯੋਗ ਦੇਣਗੇ, ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ। ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਇਹ ਸਮੱਸਿਆ ਸਾਡੇ ਅੱਗੇ ਖੜੀ ਹੋਵੇਗੀ। ਅੱਜ ਵਾਲੀ ਜਥੇਬੰਦੀ ਦੀ ਗੱਲ ਕਰਦੇ ਹਾਂ, ਦਰਪੇਸ਼ ਮੁਸ਼ਕਲਾਂ ਬਹੁਤ ਆ। ਜਿਵੇਂ ਤੁਸੀਂ ਵੀ ਗੱਲ ਕੀਤੀ ਆ, ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਆ, ਕੌਮ ਇਕੱਤਰ ਹੁੰਦੀ ਆ, ਸੜਕਾਂ ਤੇ ਜਾਮ ਲੱਗਦੇ ਆ। 328 ਰੁਪਏ ਦਾ ਹੁਣ ਮਸਲਾ ਹੈਗਾ ਵਾ, ਕੋਈ ਨਾ ਕੋਈ ਨਵਾਂ ਮਸਲਾ ਖੜਾ ਹੋ ਜਾਂਦਾ। ਹੁਣ ਇਸ ਟਾਈਮ ਕਿਸਾਨੀ ਦਾ ਮਸਲਾ ਵੀ ਆ, 328 ਰੁਪਏ ਦਾ ਮਸਲਾ ਵੀ ਆ, ਸਰਸੇ ਵਾਲੇ ਦੀ ਮਾਫੀ ਦਾ ਮਸਲਾ ਵੀ, ਕਈ ਮਸਲੇ ਬਣੇ ਪਏ ਆ। ਇਹਨਾਂ ਸਾਰਿਆਂ ਤੇ ਕਿਸ ਤਰ੍ਹਾਂ ਕਾਰਜ ਕਰਦੇ ਰਹੋਗੇ? ਦੇਖੋ ਜੀ, ਕੌਮ ਕਦੇ ਨਹੀਂ ਭੁੱਲਦੀ ਹੈਗੀ। ਨਾ ਕੌਮ 47 ਭੁੱਲੀ ਹੈ ਤੇ ਨਾ 84 ਭੁੱਲੀ ਹੈ, ਨਾ ਤਾਂ ਬਾਬਰ ਨੂੰ ਭੁੱਲੀ ਹੈ ਤੇ ਨਾ ਔਰੰਗਜ਼ੇਬ ਨੂੰ ਭੁੱਲੀ ਹੈ। ਕੌਮ ਕਦੇ ਕਿਸੇ ਨੂੰ ਨਹੀਂ ਭੁੱਲੀ ਹੈਗੀ, ਨਾ ਤੇ ਜਰਨਲ ਵੈਦਿਆ ਨੂੰ ਭੁੱਲੀ ਹੈ। ਸਮੱਸਿਆ ਇੱਥੇ ਖੜੀ ਆ ਜਾਂਦੀ ਹੈ ਜਦੋਂ ਚੇਤੇ ਆਉਂਦੇ ਨਾ ਆਪਾਂ ਸਾਰਿਆਂ ਨੂੰ। ਇੱਕ ਬਾਕੀ 365 ਦਿਨਾਂ ਦੇ ਵਿੱਚੋਂ ਸ਼ਾਇਦ ਇੱਕ ਦਿਨ ਛੱਡਨੇ ਆ, ਬਾਕੀ 364 ਦਿਨ ਅਸੀਂ ਭੁੱਲੇ ਹੁੰਦੇ। ਮੈਂ ਸਿੰਘ ਸਾਹਿਬ ਜੀ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ। ਉਹਦਾ ਕਾਰਨ ਇਹ ਹੈ ਕਿ ਆਪਾਂ ਇੱਕ ਪੱਖ ਦੇਖ ਰਹੇ ਹਾਂ, ਦੂਜਾ ਪੱਖ ਇਹ ਨਹੀਂ ਦੇਖ ਰਹੇ ਵੀ ਜਦੋਂ ਕੋਈ ਮੂਵਮੈਂਟ ਖੜੀ ਹੁੰਦੀ ਹੈ, ਜਦੋਂ ਕੋਈ ਸਿਸਟਮ ਖੜਾ ਹੁੰਦਾ, ਸਰਕਾਰਾਂ ਵੱਲੋਂ ਇਸ ਮਤਲਬ ਇੰਨੀ ਬਰੀਕੀ ਢੰਗ ਦੇ ਨਾਲ ਉਹਨੂੰ ਖੰਡਾਰ ਦਿੱਤਾ ਜਾਂਦਾ ਕਿ ਸਾਨੂੰ ਬਹੁਤੀ ਵਾਰੀ ਉਹਦੀ ਸਮਝ ਨਹੀਂ ਆਉਂਦੀ। ਸਿੱਖ ਨੌਜਵਾਨਾਂ ਦੇ ਕੇਸ ਪਾਏ ਜਾਂਦੇ ਨੇ। ਮੈਨੂੰ ਖੁਦ, ਮੈਂ ਕਈ ਧਰਨਿਆਂ 'ਚ ਜਾਣਾ ਹੁੰਦਾ, ਪੁਲਿਸ ਸਵੇਰੇ ਹੀ ਚੁੱਕ ਲੈਂਦੀ ਹੈ। ਉੱਥੇ ਕੀ ਕਰੋਗੇ ਤੁਸੀਂ? ਅਸੀਂ ਭੁੱਲੇ ਥੋੜ੍ਹੀ ਹਾਂ, ਅਸੀਂ ਉਹਦਾ ਮੁਕਾਬਲਾ ਕਰਾਂਗੇ। ਅਕਾਲ ਯੂਥ ਕਿਵੇਂ ਮੁਕਾਬਲਾ ਕਰੂ ਇਹਨਾਂ ਸਾਰੀਆਂ ਗਤੀਵਿਧੀਆਂ ਦਾ? 5 ਮੈਂਬਰਾਂ ਦੇ ਵਿੱਚੋਂ ਤੁਹਾਨੂੰ ਚੋਣ ਕਰ ਦਿੱਤੀ ਗਈ ਆ। ਬੜੇ ਵੱਡੇ ਕਾਰਜ ਹੈਗੇ ਆ। ਜੇ ਪੰਥਕ ਕਾਰਜਾਂ ਦੀ ਗੱਲ ਕਰਦੇ ਆ, ਕਿਸਾਨੀ ਮੋਰਚਿਆਂ ਦੀ ਗੱਲ ਕਰਦੇ ਆ, 328 ਰੁਪਏ ਦੀ ਗੱਲ ਕਰਦੇ ਆ, ਹੋਰ ਕਈ ਮਸਲੇ ਆ। ਇਹਨਾਂ ਸਾਰਿਆਂ ਤੇ ਕਿਵੇਂ ਗੱਲਬਾਤ ਚੱਲਦੀ ਰਹੂਗੀ ਤੇ ਜਗਤਾਰ ਸਿੰਘ ਹਵਾਰਾ ਕਮੇਟੀ ਜਿਹੜੀ ਪਹਿਲਾਂ ਬਣੀ ਹੋਊਗੀ, ਇਹ ਸਾਰੀ ਰਲ ਕੇ ਚੱਲੂਗੀ? ਦੇਖੋ ਜੀ, ਅਸੀਂ ਕੋਈ ਵੀ ਪੰਜਾਬ ਦੀ ਜਥੇਬੰਦੀ ਹੈ, ਜਗਤਾਰ ਸਿੰਘ ਹਵਾਰਾ ਕਮੇਟੀ ਹੈ ਜਾਂ ਕੋਈ ਵੀ ਜਥੇਬੰਦੀ ਹੈ, ਉਹਦਾ ਅਸੀਂ ਮਾਣ ਸਤਿਕਾਰ ਕਰਦੇ ਹਾਂ। ਅਸੀਂ ਹਰ ਜਥੇਬੰਦੀ ਨਾਲ ਜਿਹੜੀ ਪੰਥ ਵਿਰੋਧੀਆਂ ਦੇ ਖਿਲਾਫ ਇੱਕ ਝੰਡਾ ਲੈ ਕੇ ਤੁਰ ਰਹੀ ਹੈ, ਉਹਦਾ ਸਮਰਥਨ ਕਰਾਂਗੇ ਵੀ ਤੇ ਉਹਨਾਂ ਦਾ ਸਮਰਥਨ ਲਵਾਂਗੇ ਵੀ। ਜੀ, ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ? ਇਸ ਟਾਈਮ ਯੂਥ ਤੁਹਾਡੇ ਨਾਲ ਬਹੁਤ ਆ ਚੁੱਕਾ ਵਾ। ਯੂਥ ਅਕਾਲੀ ਦਲ ਨਾਲ ਵੀ ਬਹੁਤ ਗਿਆ, ਯੂਥ ਕਾਂਗਰਸ ਵਾਲੇ ਪਾਸੇ ਵੀ ਬਹੁਤ ਗਿਆ। ਸਾਡੇ ਹੋਰ ਵੀ ਕਈ ਜਥੇਬੰਦੀਆਂ ਨੁਮਾਇੰਦੇ ਆ ਜਿਨ੍ਹਾਂ ਨੇ ਯੂਥ ਖੜਾ ਕੀਤਾ, ਪਰ ਕੁਝ ਸਮੇਂ ਬਾਅਦ ਉਹ ਯੂਥ ਠੰਡਾ ਪੈ ਜਾਂਦਾ ਵਾ। ਇਹ ਕਿਵੇਂ? ਇਹ ਉਬਾਲੇ ਖਾਵੇਗਾ ਖੂਨ ਇਹਨਾਂ ਦਾ? ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਿੱਤਾਂ ਪ੍ਰਾਪਤ ਹੋਣਗੀਆਂ, ਯੂਥ ਬਹੁਤ ਭਰੋਸਾ ਪ੍ਰਗਟਾ ਰਿਹਾ। ਜਿਹੜੇ ਵੀ ਵੀਰਾਂ ਨਾਲ ਇੱਥੇ ਗੱਲਬਾਤ ਕੀਤੀ ਗਈ ਆ, ਸਾਰੇ ਕਹਿ ਰਹੇ ਕਿ ਸਿੰਘ ਸਾਹਿਬ ਵੱਲੋਂ ਬਣਾਇਆ ਗਿਆ ਅਕਾਲ ਯੂਥ ਇੱਕ ਵੱਡੀ ਭੂਮਿਕਾ ਆਪਣੀ ਅਦਾ ਕਰੂਗਾ। ਦੇਖੋ ਜੀ, ਇਹ ਮਤਲਬ ਆਉਣ ਵਾਲਾ ਸਮਾਂ ਇਸ ਗੱਲ ਨੂੰ ਮਤਲਬ ਸਪਸ਼ਟ ਤੌਰ ਤੇ ਸਾਬਤ ਵੀ ਕਰੂਗਾ ਕਿ ਜਿਹੜਾ ਜਥੇਦਾਰ ਸਾਹਿਬ ਵੱਲੋਂ ਅੱਜ ਅਕਾਲ ਯੂਥ ਦਾ ਗਠਨ ਕੀਤਾ ਗਿਆ, ਕਿਉਂਕਿ ਜਥੇਦਾਰ ਸਾਹਿਬ ਸਮਝਦੇ ਨੇ ਇਸ ਗੱਲ ਨੂੰ ਕਿ ਜਿਸ ਕੌਮ ਦੇ ਨੌਜਵਾਨੀ ਮੈਦਾਨ 'ਚ ਨਾ ਹੋਵੇ, ਉਹ ਕੌਮ ਕਦੇ ਵੀ ਜਿੱਤਾਂ ਪ੍ਰਾਪਤ ਨਹੀਂ ਕਰ ਸਕਦੀ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸਿੱਖ ਕੌਮ ਦੀ ਜਿਹੜੀ ਨੌਜਵਾਨੀ ਹੈ ਉਹਨੂੰ ਮੈਦਾਨ ਦੇ ਵਿੱਚ ਲੈ ਕੇ ਆਂਦਾ ਜਾਵੇ, ਉਹਨਾਂ ਦੇ ਹੱਥ ਦੇ ਵਿੱਚ ਝੰਡਾ ਫੜਾਇਆ ਜਾਵੇ, ਉਹਨਾਂ ਨੂੰ ਅਗਵਾਈ ਦਿੱਤੀ ਜਾਵੇ। ਸੋ ਜੇ ਇਹ ਸਾਰਾ ਕੁਝ ਹੋ ਗਿਆ, ਇਹ ਹੋਰ ਅੱਗੇ ਵਧਿਆ ਤੇ ਜ਼ਰੂਰ ਇੱਕ ਦਿਨ ਅਸੀਂ ਕਾਮਯਾਬ ਹੋਵਾਂਗੇ।
ਪਤਿੱਤ ਪੁਣੇ ਵਾਲੇ ਪਾਸੇ ਸਾਡੀ ਨੌਜਵਾਨੀ ਬਹੁਤ ਜਾ ਰਹੀ ਆ ਤੇ ਨਸ਼ਿਆਂ ਦਾ ਵੀ ਰੁਝਾਨ ਲਗਭਗ ਬਹੁਤ ਆ, ਕਿਉਂਕਿ ਜੇ ਆ ਸਰਕਾਰ ਜਿਹੜੀ ਹੁਣ ਕਾਂਗਰਸ ਸਰਕਾਰ ਆ, ਜਦੋਂ ਸਹੁੰ ਚੁੱਕ ਕੇ ਆਈ ਸੀ ਤਾਂ ਕਿਹਾ ਗਿਆ ਸੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ। ਇਹਦੇ ਉੱਤੇ ਅਕਾਲ ਯੂਥ ਕਿਹੋ ਜਿਹਾ ਕਾਰਜ ਕਰੂਗਾ? ਦੇਖੋ ਜੀ, ਅਸੀਂ ਪਹਿਲਾਂ ਵੀ ਨਸ਼ਿਆਂ ਦੇ ਕੈਂਪ ਵੀ ਲਾਉਨੇ ਆ, ਜਾਗਰੂਕ ਵੀ ਕਰਦੇ ਆ। ਜਿਹੜੀ ਹੁਣ ਵੀ ਇਹ ਜਿਹੜੇ ਨਸ਼ੇ ਦੇ ਮਸਲੇ ਨੇ ਇੱਥੇ ਪੰਜਾਬ ਦੇ ਵਿੱਚ ਨਸ਼ਾ ਵਧਾਇਆ ਜਾ ਰਿਹਾ, ਕਿਉਂਕਿ ਤੁਸੀਂ ਸਮਝ ਸਕਦੇ ਹੋ ਪੰਜਾਬ ਦੇ ਵਿੱਚ ਇੱਕ ਵੀ ਨਸ਼ਾ ਨਹੀਂ। ਇਹ ਦੇਖੋ, ਇਹ ਸਮੱਸਿਆ ਪੰਜਾਬ ਦੀ ਨਹੀਂ ਹੈਗੀ, ਨਾ ਤੇ ਪੰਜਾਬੀਆਂ ਦੀ ਇੱਥੇ ਖੜੀ ਕੀਤੀ ਗਈ ਹੈ, ਨਾ ਤੇ ਇੱਥੇ ਭੁੱਕੀ ਹੈ, ਨਾ ਇੱਥੇ ਫੀਮ ਹੈ। ਫੀਮ ਤੇ ਭੁੱਕੀ ਆ ਰਹੀ ਹੈ ਮੱਧ ਪ੍ਰਦੇਸ਼ ਤੋਂ, ਤੇ ਡੋਡੇ ਵਗੈਰਾ ਹੋਰ ਆ ਰਹੇ ਨੇ ਇਹ ਰਾਜਸਥਾਨ ਤੋਂ, ਤੇ ਜਿਹੜਾ ਚਰਸ ਗਾਂਜਾ ਆ ਰਿਹਾ ਹਿਮਾਚਲ ਚੋਂ, ਤੇ ਗੋਲੀਆਂ ਆ ਰਹੀਆਂ ਨੇ ਦਿੱਲੀ ਆ ਹੋਰ ਸਟੇਟਾਂ 'ਚੋਂ। ਪੰਜਾਬ 'ਚ ਦੱਸੋ ਕੀ ਹੈ? ਇਹ ਤਾਂ ਖੜੀ ਕੀਤੀ ਜਾ ਰਹੀ ਹੈ। ਇਹਦੇ ਖਿਲਾਫ ਤੇ ਸਾਨੂੰ ਲੜਨਾ ਹੀ ਪਊਗਾ। ਸਾਡੇ ਲਈ ਹੋਰ ਕੋਈ ਇੱਥੇ ਰਾਹ ਖਾਲੀ ਨਹੀਂ ਬਿਨਾਂ ਲੜਨ ਤੋਂ। ਬਿਲਕੁਲ ਜੀ, ਲੜਾਈ ਲੜਨ ਵਾਸਤੇ ਜਿਹੜੀ ਅਕਾਲ ਯੂਥ ਬਣਾ ਦਿੱਤੀ ਗਈ ਆ, ਆਉਣ ਵਾਲੇ ਸਮੇਂ ਦੇ ਵਿੱਚ ਯੂਥ ਵਾਸਤੇ ਲੜੂਗੀ। ਜੇ ਨਸ਼ਿਆਂ ਦੀ ਗੱਲ ਕਰਦੇ ਆ ਤੇ ਨਸ਼ਾ ਪੰਜਾਬ ਦੀ ਧਰਤੀ ਤੇ ਉਪਜ ਨਹੀਂ ਹੈਗੀ, ਬਾਹਰੋਂ ਲਿਆ ਕੇ ਵਾੜ ਦਿੱਤਾ ਗਿਆ ਵਾ, ਉਹਦੇ ਉੱਤੇ ਵੀ ਪੂਰਾ ਕੰਮ ਕਰੂਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੋ ਕੌਮ ਦੇ ਵਿੱਚ ਦਰਪੇਸ਼ ਮੁਸ਼ਕਲਾਂ ਵਾ ਉਹਨਾਂ ਤੇ ਵੀ ਵਿਚਾਰ ਵਟਾਂਦਰਾ ਕਰਦੀ ਰਹੂਗੀ। ਤੇ ਇੱਕ ਵੀਰ ਨੇ ਗੱਲ ਕੀਤੀ ਆ ਕਿ ਅਸੀਂ ਹਰ ਉਹ ਜਥੇਬੰਦੀ ਦਾ ਸਤਿਕਾਰ ਕਰਾਂਗੇ ਜਿਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਦੇ ਹੋਈਏ ਤੇ ਉਹ ਜਥੇਬੰਦੀ ਸਾਡੇ ਨਾਲ ਚੱਲ ਸਕਦੀ ਹੋਵੇ। ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਲਜਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ ਆ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਵੱਡਾ ਇਕੱਠ ਸੀ, ਬਹੁਤ ਯੂਥ ਪਹੁੰਚਿਆ ਇੱਥੇ, ਵਧਾਈ ਦੇ ਪਾਤਰੋ। ਪਹਿਲੋਂ ਤੇ ਅਕਾਲ ਯੂਥ ਦਾ ਗਠਨ ਹੋ ਚੁੱਕਾ, ਕੀ ਜ਼ਿੰਮੇਵਾਰੀਆਂ ਸੌਂਪੀਆਂ ਅਕਾਲ ਯੂਥ ਨੂੰ ਤੇ ਕਿਹੋ ਜਿਹੇ ਕਾਰਜ ਹੋਣਗੇ ਜਿਹੜੇ ਅਕਾਲ ਯੂਥ ਆਉਣ ਵਾਲੇ ਸਮੇਂ 'ਚ ਕਰੇਗਾ? ਸਭ ਤੋਂ ਪਹਿਲਾਂ ਤਾਂ ਮੈਂ ਸੰਗਤਾਂ ਦੇ ਨਾਲ, ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਇੱਕ ਐਸੀ ਪਰਸਨੈਲਿਟੀ ਹੈ, ਇੱਕ ਐਸੀ ਸ਼ਖਸੀਅਤ ਹੈ ਜੋ ਕਿ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਇਸ ਵੇਲੇ। ਨੰਬਰ 2, ਮੈਂ ਇਹ ਗੱਲ ਕਹਾਂਗਾ, ਹੀ ਇਜ਼ ਅ ਬ੍ਰਾਂਡ ਨੇਮ ਫॉर ਦਾ ਯੂਥ। ਅੱਜ ਜਿਹੜੇ ਨੌਜਵਾਨ ਇੱਥੇ ਆਏ ਨੇ, ਆਉਣ ਵਾਲੇ ਸਮੇਂ 'ਚ ਤੁਹਾਨੂੰ ਫਿਰ ਪੇਸ਼ ਕਰਾਂਗੇ। ਕਾਲਜਾਂ ਦੇ 10 ਕਾਲਜਾਂ ਦੇ ਪ੍ਰਧਾਨ ਇੱਥੇ ਆਏ ਸੀ ਅੱਜ। 10 ਕਾਲਜਾਂ ਦੇ ਆਲਰੇਡੀ ਪ੍ਰਧਾਨ ਜੋ ਕਿ ਪਿਛਲੇ ਸਾਲਾਂ ਦੇ ਵਿੱਚ ਪ੍ਰਧਾਨ ਸੀਗੇ, ਕੰਟੀਨਿਊਸ਼ਨ ਹੈ, ਕਰੋਨਾ ਕਰਕੇ ਕਾਲਜ ਨਹੀਂ ਖੁੱਲੇ, ਉਹਨਾਂ ਦੀ ਪ੍ਰਧਾਨਗੀ ਔਰ ਪ੍ਰਧਾਨ ਜਿਹੜੇ ਨੇ ਅੱਜ ਆਪਣੀ ਸਾਰੀ ਸਪੋਰਟ, ਆਪਣੀ ਸ਼ਕਤੀ ਜਿਹੜੀ ਨੇ ਉਹ ਅਨਕੰਡੀਸ਼ਨਲ ਉਹਨਾਂ ਨੇ ਆਫਰ ਕੀਤੀ ਹੈ। ਔਰ ਬਹੁਤ ਸਾਰਾ ਯੂਥ ਇਹੋ ਜਿਹਾ ਹੈ ਜਿਹੜਾ ਕਿ ਰੁਮਾਲ ਬਣ ਕੇ ਵੀ ਆਇਆ ਸੀਗਾ ਅੱਜ। ਔਰ ਯਕੀਨ ਮੰਨਣਾ ਕਿ ਮੈਂ ਬਤੌਰ ਟੀਚਰ ਕਈਆਂ ਨਾਲ ਸੰਪਰਕ ਕੀਤਾ ਤੇ ਉਹ ਕਹਿੰਦੇ ਕਿ ਅਸੀਂ ਬਹੁਤ ਛੇਤੀ ਕੇਸ ਨੂੰ ਰੱਖ ਲੈਣੇ ਨੇ। ਸੋ ਇਹ ਮੈਨੂੰ ਲੱਗਦਾ ਹੈ ਕਿ ਇੱਕ ਐਸੀ ਜਗਤਾਰ ਸਿੰਘ ਹਵਾਰਾ, ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਿੱਚ ਦੀ ਪਰਸਨੈਲਿਟੀ ਦੇ ਵਿੱਚ ਇੱਕ ਐਸੀ ਕਸ਼ਿਸ਼ ਹੈ, ਇੱਕ ਐਸੀ ਖਿੱਚ ਹੈ ਕਿ ਨੌਜਵਾਨ ਤਬਕਾ ਜਿਹੜਾ ਨਾ ਉਹਦੇ ਕਹਿਣੇ ਦੇ ਮੁਤਾਬਕ, ਉਹਦੇ ਦੱਸੇ ਹੋਏ ਮਾਰਗ ਦੇ ਮੁਤਾਬਕ, ਉਹਦੇ ਦਿਸ਼ਾ ਨਿਰਦੇਸ਼ ਉੱਤੇ ਕੰਮ ਕਰਨ ਲਈ ਤਿਆਰ ਹੈ। ਵੈਸੇ ਤਾਂ 10 ਕਾਲਜ ਦੇ ਤੁਸੀਂ ਕਿਹਾ ਪ੍ਰਧਾਨ ਪਹੁੰਚੇ ਆ। ਜੇ ਆਪਾਂ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰਦੇ ਹਾਂ, ਸਿੰਘ ਸਾਹਿਬ ਦੀ, ਤੇ ਥੋੜਾ ਪਿੱਛੇ ਆਪਾਂ ਗੱਲ ਕਰੀਏ ਭਾਈ ਅਮਰੀਕ ਸਿੰਘ ਦੀ। ਭਾਈ ਅਮਰੀਕ ਸਿੰਘ ਨੇ ਜਦੋਂ ਫੈਡਰੇਸ਼ਨ 'ਚ ਰੂਹ ਫੂਕੀ ਸੀ ਤੇ ਉਦੋਂ ਕਿਹਾ ਜਾਂਦਾ ਸੀ ਕਿ ਸਾਰੇ ਹੀ ਆਖਦਾ ਕਿ ਯੂਥ ਭਾਈ ਅਮਰੀਕ ਸਿੰਘ ਦੇ ਨਾਲ ਆ। ਕੀ ਲੱਗਦਾ ਤੁਹਾਨੂੰ ਉਹ ਰੂਹ ਫੂਕੀ ਜਾ ਸਕੂਗੀ? ਭਾਈ ਅਮਰੀਕ ਸਿੰਘ ਵਾਂਗੂ ਇੱਕ ਵੱਡਾ ਕਾਫਲਾ ਨਾਲ ਚੱਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਿੱਤ ਪੁਣੇ ਦੀ ਤੁਸੀਂ ਗੱਲ ਕੀਤੀ ਆ, ਤੇ ਨਸ਼ਿਆਂ ਦਾ ਵੀ ਕਾਫੀ ਰੁਝਾਨ ਆ ਪੰਜਾਬ ਦੇ ਵਿੱਚ, ਜਿਹੜਾ ਉਹ 'ਤੇ ਵੀ ਠੱਲ ਪੈ ਸਕਦੀ ਹੈ। ਮੈਂ ਦਰਸ਼ਕਾਂ ਨਾਲ ਸਾਂਝੀ ਕਰ ਲਵਾਂ ਗੱਲ, ਅਕਾਲ ਯੂਥ ਦੇ ਬਣਾਉਣ ਦੀ ਲੋੜ ਕਿਉਂ ਪਈ, ਇਹਦੇ ਮੰਤਵ ਕੀ ਨੇ। ਮੈਂ ਸੰਖੇਪ ਵਿੱਚ ਦੱਸ ਦਿਆਂ ਕਿ ਅਕਾਲ ਯੂਥ ਦੇ ਮੰਤਵਾਂ ਦੇ ਵਿੱਚ ਇੱਕ ਮੰਤਵ ਇਹ ਵੀ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਪੁਰਾਣੀ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜੋ ਗੌਰਵ ਸੀਗਾ, ਉਹ ਗੌਰਵ ਖਤਮ ਹੋ ਚੁੱਕਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਈ ਹਿੱਸੇ ਬਣ ਕੇ ਉਹ ਸਿਆਸੀ ਪਾਰਟੀਆਂ ਦੀ ਝੋਲੀ ਵਿੱਚ ਜਾ ਕੇ ਡਿੱਗ ਚੁੱਕੇ ਨੇ। ਅੱਜ ਦੀ ਡੇਟ ਵਿੱਚ ਸਮੁੱਚਾ ਪੰਜਾਬ ਦੇ ਵਿੱਚੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕੋਈ ਵੀ ਯੂਨਿਟ ਨਹੀਂ ਹੈ। ਅਸੀਂ ਸਰਵੇ ਕੀਤਾ ਬਚੌਟ ਪ੍ਰੋਫੈਸਰ, ਮੈਂ ਕੁਝ ਥਾਵਾਂ 'ਤੇ ਜਾ ਕੇ ਸਰਵੇ ਕੀਤਾ ਅਤੇ ਮੈਨੂੰ ਲੱਗਿਆ ਨੌਜਵਾਨਾਂ ਦੀ ਗੱਲਾਂ ਪਤਾ ਸੁਣ ਕੇ ਉਹ ਇੱਕ ਐਸਾ ਖਿਲਾਫ ਜਿਹਾ, ਗੈਪ ਜਿਹਾ, ਵੈਕਿਊਮ ਜਿਹਾ ਮਹਿਸੂਸ ਕਰ ਰਹੇ ਨੇ ਕਿ ਸਾਨੂੰ ਕੋਈ ਜਥੇਬੰਦਕ ਗਰੁੱਪ ਦੇ ਵਿੱਚ ਗੁਰਮਤ ਦੇ ਰਾਹ ਦੇ ਤੋਰਨ ਵਾਲਾ ਕੋਈ ਵਿਅਕਤੀ ਮਿਲੇ ਔਰ ਉਹਨਾਂ ਦਾ ਧਿਆਨ ਉਹ ਬ੍ਰਾਂਡ ਨੇਮ ਆਈਕਨ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਮਝਦੇ ਨੇ। ਸੋ ਇਸ ਕਰਕੇ ਸਾਡੀ ਪਹਿਲੀ ਪ੍ਰਾਇੋਰਟੀ ਹੋਏਗੀ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ, ਚਾਹੇ ਉਹ ਪੰਜਾਬ ਦੇ ਵਿੱਚ
ਸਕੂਲਾਂ ਕਾਲਜਾਂ 'ਚ ਯੂਨੀਵਰਸਿਟੀਆਂ ਪੜ੍ਹਦੇ ਨੇ ਭਾਵੇਂ ਨਹੀਂ ਪੜ੍ਹਦੇ, ਉਹਨਾਂ ਨੂੰ ਅਸੀਂ ਪਹਿਲਾਂ ਸੰਭਾਲਣਾ ਹੈ। ਪਤਿਤਪੁਣੇ ਤੋਂ ਦੂਰ ਕਰਨ ਵਾਸਤੇ ਗੁਰਮਤਿ ਦੇ ਰਾਹ ਦੇ ਉੱਤੇ ਚੱਲਦੇ ਹੋਏ ਅਸੀਂ ਗੁਰਮਤਿ ਟ੍ਰੇਨਿੰਗ ਕੈਂਪ ਲਗਾਵਾਂਗੇ ਤੇ ਨਾਲ ਦੇ ਨਾਲ ਤੁਹਾਨੂੰ ਕਲੀਅਰ ਕਰੀਏ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਾਲਜਾਂ ਦੇ ਇਲਾਵਾ ਸਾਨੂੰ ਖੇਡਾਂ ਦੇ ਉੱਤੇ ਬਹੁਤ ਜ਼ੋਰ ਦੇਣ ਦੀ ਲੋੜ ਹੈਗੀ ਆ, ਕਿਉਂਕਿ ਜਿਸ ਵੇਲੇ ਅਸੀਂ ਐਜੂਕੇਸ਼ਨ ਦੇ ਉੱਤੇ, ਧਰਮ ਦੇ ਉੱਤੇ, ਖੇਡਾਂ ਦੇ ਉੱਤੇ, ਇਹਨਾਂ ਸਾਰੀਆਂ ਗੱਲਾਂ ਤੋਂ ਹੀ ਸਕਾਰਾਤਮਕ ਜਿਹੜੀ ਪੋਜ਼ਿਟਿਵ ਐਕਟੀਵਿਟੀਜ਼ ਨੇ ਇਸ ਪਾਸੇ ਧਿਆਨ ਲਗਾਵਾਂਗੇ ਨਾ, ਤਾਂ ਮੇਰਾ ਆਪਣਾ ਮੰਨਣਾ ਹੈ ਐਜ਼ ਅ ਟੀਚਰ ਕਿ ਨੌਜਵਾਨ ਨਸ਼ਿਆਂ ਦੇ ਲਾਗੇ ਨਹੀਂ ਜਾਏਗਾ, ਬਿਲਕੁਲ ਨਹੀਂ ਜਾਏਗਾ। ਮੈਂ ਅੰਮ੍ਰਿਤਧਾਰੀ ਹਾਂ, ਤੁਸੀਂ ਗੁਰਸਿੱਖ ਹੈਗੇ ਹੋ, ਮੈਨੂੰ ਦੱਸੋ ਕਿ ਤੁਹਾਨੂੰ ਕੋਈ ਆ ਕੇ ਕਵੇ ਜਾਂ ਮੈਨੂੰ ਕੋਈ ਕਵੇ ਲਓ ਜੀ 2 ਲੱਖ ਦਾ ਚਿੱਟਾ ਲੈ ਲਓ, ਇਹ ਜੁੱਤੀ ਦੀ ਨੋਕ ਨਾਲ ਠੁਕਰਾ ਦਿਆਂਗੇ, ਤੁਸੀਂ ਵੀ ਠੁਕਰਾ ਦਿਓਗੇ। ਕਿਉਂ? ਵਜ੍ਹਾ ਕੀ ਹੈ? ਕਿਤੇ ਨਾ ਕਿਤੇ ਸਾਨੂੰ ਗੁਰਮਤਿ ਨੇ ਗਾਈਡ ਕੀਤਾ ਹੋਇਆ ਹੈ। ਅੱਜ ਨੌਜਵਾਨਾਂ ਨੂੰ ਜੇ ਗੁਰਮਤਿ ਦੇ ਨਾਲ ਗਾਈਡ ਕਰਕੇ ਗੁਰਮਤਿ ਦੀ ਪਕੜ ਮਿਲ ਜਾਏਗੀ, ਗੁਰਮਤਿ ਦੀ ਸੇਧ ਮਿਲ ਜਾਏਗੀ ਔਰ ਉਹਨਾਂ ਸਾਹਮਣੇ ਇੱਕ ਬ੍ਰਾਂਡ ਨੇਮ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਏਗਾ, ਤੇ ਚੇਤੇ ਰੱਖਿਓ ਕਿ ਅਸੀਂ ਨਸ਼ਿਆਂ ਦੇ ਉੱਤੇ ਠੱਲ ਪਾ ਲਵਾਂਗੇ। ਸਰਕਾਰਾਂ ਪਾਣ ਭਾਵੇਂ ਨਾ ਪਾਣ, ਜਦ ਨਸ਼ਿਆਂ ਨੂੰ ਕੰਜ਼ਿਊਮ ਕਰਨ ਵਾਲਾ ਨਹੀਂ ਹੋਏਗਾ ਤੇ ਨਸ਼ਿਆਂ ਦੀ ਆਪਣੇ ਆਪ ਹੀ ਵਿਕਰੀ ਰੁਕ ਬੰਦ ਹੋ ਜਾਏਗੀ। ਸੋ ਸਾਡਾ ਸੋਚਣਾ ਇਸ ਪ੍ਰਕਾਰ ਦਾ ਹੈ। ਇਸ ਦੇ ਨਾਲ ਇਸ ਵੇਲੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ, ਬਹੁਤ ਜ਼ਬਰਦਸਤ ਲੋੜ ਹੈ। ਔਰ ਮੈਂ ਇੱਕ ਗੱਲ ਯੂਥ ਨਾਲ ਵੀ ਕੀਤੀ ਹੈ, ਮੈਂ ਤੁਹਾਡੇ ਮਾਧਿਅਮ ਨਾਲ ਵੀ ਕਰਨਾ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਵਿੱਚ SYL ਦਾ ਕੇਸ ਪੈਂਡਿੰਗ ਪਿਆ ਹੈ, ਜਿਹਦਾ ਫੈਸਲਾ ਬੜੀ ਛੇਤੀ ਆਉਣ ਵਾਲਾ ਹੈ। ਜਿਸ ਦਿਨ ਵੀ ਕਿਸਾਨਾਂ ਦਾ ਸੰਘਰਸ਼ ਮੱਧਮ ਪੈ ਗਿਆ ਜਾਂ ਖਤਮ ਹੋ ਗਿਆ, ਉਹਦੇ ਥੋੜ੍ਹੇ ਚਿਰ ਬਾਅਦ ਹੀ ਕੇਂਦਰ ਸਰਕਾਰ ਨੇ SYL ਦਾ ਫੈਸਲਾ ਪੰਜਾਬ ਦੇ ਖਿਲਾਫ ਦੇਣਾ ਹੈ। ਸਾਨੂੰ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਪਏਗਾ। ਜੰਮੂ ਕਸ਼ਮੀਰ ਦੀ ਜੇ ਆਪਾਂ ਗੱਲ ਕਰੀਏ, ਧਾਰਾ 370 ਹਟਾ ਦਿੱਤੀ ਜਾਂਦੀ ਆ। ਪੰਜਾਬ ਦੇ ਵਿੱਚ ਇਸ ਟਾਈਮ ਕਿਸਾਨੀ ਦਾ ਜੋ ਬੁਰਾ ਹਾਲ ਕੀਤਾ ਜਾ ਰਿਹਾ ਵਾ, ਤੁਹਾਨੂੰ ਲੱਗਦਾ ਨਹੀਂ ਕਿ ਧਿਆਨ ਭਟਕਾਉਣ ਦੀ ਖਾਤਰ ਕੀਤਾ ਜਾ ਰਿਹਾ? ਜੰਮੂ ਕਸ਼ਮੀਰ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰਦੇ ਤੇ ਆਉਣ ਵਾਲੇ ਹਾਲਾਤ ਜਿਹੜੇ ਆ ਐਮਰਜੈਂਸੀ ਵਾਲੇ ਪਾਸੇ ਲੈ ਕੇ ਜਾ ਰਹੇ। ਦੇਖੋ ਜੀ, ਸਰਕਾਰਾਂ ਨੇ ਨਾ, ਜਿਵੇਂ ਕਿ ਤੁਹਾਨੂੰ ਪਤਾ 5 ਸਾਲ ਪਹਿਲਾਂ ਵੀ ਜਿਸ ਵੇਲੇ ਕਿਸਾਨਾਂ ਦਾ ਮੁੱਦਾ ਬਹੁਤ ਭਖਿਆ ਸੀਗਾ ਤੇ ਬੇਅਦਬੀਆਂ ਦੀ ਘਟਨਾਵਾਂ ਵਾਪਰੀਆਂ ਸੀ, ਬਰਗਾੜੀ ਕਾਂਡ, ਬੁਰਜਵਾਰ ਸਿੰਘ ਵਾਲਾ, ਬਹਿਬਲ ਕਲਾ, ਕਿਸਾਨਾਂ ਦਾ ਮੁੱਦਾ ਇੱਕ ਪਾਸੇ ਰਹਿ ਗਿਆ, ਲੋਕ ਇਸ ਪਾਸੇ ਤੁਰ ਪਏ। ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬਈ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਸੰਘਰਸ਼ ਨੂੰ, ਕਿਸੇ ਮੋਰਚੇ ਨੂੰ ਜਿਹੜਾ ਹੈ ਉਹ ਗਲਤ ਦਿਸ਼ਾ ਵਾਲੇ ਪਾਸੇ ਮੋੜਿਆ ਜਾਵੇ। ਸੋ ਸਰਕਾਰਾਂ ਨੇ ਇਹੋ ਕੁਝ ਕੀਤਾ ਕਿ ਜਿਹੜਾ ਵੈਲ ਡਿਜ਼ਾਈਨਡ ਪ੍ਰੋਗਰਾਮ ਸੀਗਾ ਬੇਅਦਬੀ ਦਾ, ਫਤਿਹਗੜ੍ਹ ਸਾਹਿਬ ਜਿਹੜਾ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ, ਉਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਵਿੱਚ ਹੈਗਾ। ਤੇ ਜੰਮੂ ਕਸ਼ਮੀਰ ਦਾ ਮਸਲਾ ਤੁਸੀਂ ਗੱਲ ਕਰ ਰਹੇ ਹੋ, ਇਹ ਸਾਰਾ ਕੁਝ ਸਾਡਾ ਧਿਆਨ ਦੂਜੇ ਪਾਸੇ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲ ਯੂਥ ਜਿਹੜਾ ਹੈ, ਜਥੇਬੰਦੀ ਜਿਹੜੀ ਹੈ, ਮੈਂ ਕਲੀਅਰ ਕਰਦੇ ਹਾਂ, ਅਕਾਲੀਆਂ ਦੇ ਕੋਲ ਵੀ SOI ਹੈਗੀ ਹੈ, ਕਾਂਗਰਸ ਦੇ ਕੋਲ ਵੀ ਯੂਥ ਦਾ ਵਿੰਗ ਹੈਗਾ ਹੈ, ਭਾਜਪਾ ਕੋਲ ਵੀ ਯੂਥ ਦਾ ਵਿੰਗ ਹੈਗਾ ਹੈ। ਲੇਕਿਨ ਮੈਂ ਕਲੀਅਰ ਕਰ ਦਿਆਂ ਕਿ ਜਿਹੜਾ ਅਕਾਲ ਯੂਥ ਹੈ ਨਾ, ਇਹ ਕਿਸੇ ਪੋਲੀਟੀਕਲ ਪਾਰਟੀ ਦੇ ਗਰਭ ਦੇ ਵਿੱਚੋਂ ਪੈਦਾ ਨਹੀਂ ਹੋਇਆ। ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਗਰਭ ਤੋਂ ਪੈਦਾ ਹੋਏ ਨੇ, ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਐਕਸਪਲੋਇਟੇਸ਼ਨ ਕੀਤੀ ਹੈ, ਸ਼ੋਸ਼ਣ ਕੀਤਾ ਹੈ। ਅਕਾਲ ਯੂਥ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸੋਚ ਤੋਂ ਪੈਦਾ ਹੋਇਆ ਹੈ, ਮੀਰੀ ਪੀਰੀ ਦੇ ਸਿਧਾਂਤ ਤੋਂ ਪੈਦਾ ਹੋਇਆ ਹੈ, ਅਕਾਲ ਤਖਤ ਤੇ ਅਰਦਾਸ ਕਰਕੇ ਪੈਦਾ ਹੋਇਆ ਹੈ। ਇਹਦੇ ਪਿੱਛੇ ਕੋਈ ਵੀ ਪੋਲੀਟੀਕਲ ਪਾਰਟੀ ਨੌਜਵਾਨਾਂ ਦਾ ਜਿਹੜਾ ਹੈ ਉਹ ਐਕਸਪਲੋਇਟੇਸ਼ਨ ਪੋਲੀਟੀਕਲ ਤੌਰ ਤੇ ਜਾਂ ਇਕਨੋਮਿਕ ਤੌਰ ਤੇ ਜਾਂ ਰਿਲੀਜੀਅਸ ਤੌਰ ਤੇ ਨਹੀਂ ਕਰ ਸਕੇਗੀ, ਕਿਉਂਕਿ ਇਹਦੇ ਪਿੱਛੇ ਅਗਵਾਈ ਜਿਹੜੀ ਹੈ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਹੈ। ਸਾਹਿਬ, ਇਹ ਸਨ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੇ ਸਾਰਾ ਦੱਸ ਦਿੱਤਾ ਕਿ ਅਕਾਲ ਯੂਥ ਦੇ ਕੀ ਕੰਮ ਆ, ਅਕਾਲ ਯੂਥ ਕਿਵੇਂ ਆਪਣੀ ਭੂਮਿਕਾ ਨਿਭਾਊਗਾ। ਇਹ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਚੱਲੂਗਾ, ਪਰ ਅਕਾਲ ਯੂਥ ਨੂੰ ਜੋ ਜ਼ਿੰਮੇਵਾਰੀਆਂ, ਪੰਥਕ ਜ਼ਿੰਮੇਵਾਰੀਆਂ ਹੈਗੀਆਂ ਵਾ, ਨਾਲ ਕਿਸਾਨੀ ਦੇ ਮੁੱਦੇ ਆ, ਜੇ ਯੂਥ ਦੀ ਅਗਵਾਈ ਕਰਨੀ ਹੈ ਯੂਥ ਨੇ, ਤੇ ਯੂਥ ਨੂੰ ਸਮਝਾਉਣਾ ਪੈਣਾ ਕਿ ਪਤਿਤਪੁਣੇ ਦਾ ਤੁਸੀਂ ਸ਼ਿਕਾਰ ਹੋਏ ਹੋ, ਨਸ਼ਿਆਂ ਦਾ ਰੁਝਾਨ ਜਿਹੜਾ ਵੱਧ ਰਿਹਾ, ਸਾਰੀਆਂ ਜਿਹੜੀਆਂ ਕੁਰੀਤੀਆਂ ਦੂਰ ਕਰਨ ਵਾਸਤੇ ਇਹ ਜਿਹੜਾ ਕਿ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਵੱਲੋਂ ਅਕਾਲ ਯੂਥ ਬਣਾਇਆ ਗਿਆ ਵਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੜੇ ਕਾਰਜ ਆ ਜਿਹੜੇ ਪੰਥਕ ਕਾਰਜ ਦੇ ਵਿੱਚ ਇਸ ਟਾਈਮ ਦੇ ਉੱਤੇ ਅਕਾਲ ਯੂਥ ਆਪਣਾ ਨਿਵੇਕਲਾ ਯੋਗਦਾਨ ਪਾਊਗਾ। ਪ੍ਰੋਫੈਸਰ ਬਲਜਿੰਦਰ ਸਿੰਘ ਸਾਡੇ ਨਾਲ ਆ ਤੇ ਅਕਾਲ ਯੂਥ ਦੇ ਉਹਨਾਂ ਵੀਰਾਂ ਨਾਲ ਵੀ ਗੱਲਬਾਤ ਕੀਤੀ ਸੀ। ਸਾਰਿਆਂ ਨੇ ਇੱਕੋ ਗੱਲ ਕੀਤੀ ਸੀ ਕਿ ਸਾਰੇ ਰਲ ਕੇ
ਆਉਣ ਵਾਲੇ ਸਮੇਂ ਦੇ ਵਿੱਚ ਜੇ ਐਸਜੀਪੀਸੀ ਇਲੈਕਸ਼ਨ ਦੀ ਗੱਲ ਕੀਤੀ ਸੀ ਜਾਂ ਹੋਰ ਜਿਹੜੀ ਗੱਲਬਾਤ ਸੀ 328 ਸਰੂਪਾਂ ਦੇ ਮਸਲੇ ਦੀ ਗੱਲ ਸੀ, ਕਿਸਾਨੀ ਮਸਲੇ ਤੇ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ। ਮੈਂ ਇੱਕ ਲਾਸਟ ਦੇ ਵਿੱਚ ਜ਼ਰੂਰ ਪੁੱਛਣਾ ਚਾਹੂੰਗਾ ਪ੍ਰੈਸ ਸਾਹਿਬ, 328 ਸਰੂਪਾਂ ਦਾ ਮਸਲਾ, 450 ਸਰੂਪ ਜਿਹੜੇ ਕੈਨੇਡਾ ਧਰਤੀ ਤੇ ਪਹੁੰਚਦੇ ਤੇ ਕਈ ਦਿਨ ਉਹ ਬੰਦਰਗਾਹ ਦੇ ਉੱਤੇ ਇੱਕ ਬੱਸ ਦੇ ਵਿੱਚ ਰਹਿੰਦੇ ਆ, ਉਸ ਹਾਲਾਤ ਦੇ ਨਾਲ ਵੀ ਕੁਛ ਹੱਦ ਤੱਕ ਖਰਾਬ ਹੋ ਚੁੱਕੇ ਸੀ। ਗੁਰੂ ਸਾਹਿਬ ਦੇ ਸਰੂਪਾਂ ਬਾਰੇ ਸੁਧੇਰ ਨਹੀਂ ਹੈਗੀ ਐਸਜੀਪੀਸੀ ਤੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵੀ ਆ ਰਹੀ ਆ। ਕੋਈ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਵੀ ਜਿਵੇਂ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਸੀ ਕਿ ਸਾਡੇ ਮੈਂਬਰ ਖਲੋਣਗੇ, ਯੂਥ ਅਸੀਂ ਰੋਕਾਂਗੇ, ਖਿਲਾਰਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਦੇ ਵਿੱਚ ਵੀ ਤੇ ਸਾਰੇ ਰਲ ਕੇ ਚੱਲਣਗੇ ਜਾਂ ਅਕਾਲ ਯੂਥ ਵੱਖਰਾ ਐਸਜੀਪੀਸੀ ਇਲੈਕਸ਼ਨ ਲੜੂਗਾ? ਦੇਖੋ, ਮੈਂ ਕਲੀਅਰ ਕਰ ਦਿਆਂ ਕਿ ਅਕਾਲ ਯੂਥ ਦੀ ਬੜੀ ਵਿਸ਼ਾਲ ਸੋਚ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਬੜੀ ਵਿਸ਼ਾਲ ਸੋਚ ਹੈ ਔਰ ਉਸ ਵਿਸ਼ਾਲ ਸੋਚ ਦੇ ਘੇਰੇ ਦੇ ਵਿੱਚ ਪੰਥਕ ਏਕਤਾ ਟੌਪ ਪ੍ਰਾਇੋਰਟੀ ਹੈ, ਟੌਪ ਪ੍ਰਾਇੋਰਟੀ ਹੈ। ਅਕਾਲ ਯੂਥ ਬਣਾਉਣ ਦਾ ਮਕਸਦ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਇਹ ਨਹੀਂ ਹੈਗਾ ਕਿ ਆਪਣੀ ਡਫਲੀ ਜਿਹੜੀ ਹੈ ਪੰਥ ਵਿੱਚ ਵਜਾਣੀ ਹੈ, ਨਹੀਂ। ਅਕਾਲ ਯੂਥ ਨੇ ਨੌਜਵਾਨਾਂ ਨੂੰ ਸੇਧ ਦੇਣੀ ਹੈ। ਜਿੱਥੇ ਤੱਕ ਪੰਥਕ ਏਕਤਾ ਦਾ ਸਵਾਲ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਾਂ ਦਾ ਸਵਾਲ ਹੈ, ਉਹਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸੋਚ ਬੜੀ ਕਲੀਅਰ ਹੈ ਕਿ ਆਪਣੇ ਹਮ ਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਤੁਰਨਾ ਹੈ, ਜਿਹਦੇ ਨਾਲ ਕਿ ਪੰਥਕ ਵਿਰੋਧੀ ਸ਼ਕਤੀਆਂ ਜਿਹੜੀਆਂ ਨੇ, ਜਿਵੇਂ ਕਿ ਇਸ ਵੇਲੇ ਤੁਸੀਂ ਗੱਲ ਕੀਤੀ ਹੈ 328 ਸਰੂਪਾਂ ਦੀ ਗੱਲ ਕੀਤੀ ਹੈ, ਠੀਕ ਹੈ, ਇਹਦੇ ਉੱਤੇ ਬੜੀ ਚਰਚਾ ਹੋ ਚੁੱਕੀ ਹੈ, ਬੜੀਆਂ ਵਾਰੀਆਂ 'ਚ ਇੰਟਰਵਿਊਜ਼ ਆ ਚੁੱਕੀਆਂ ਨੇ ਔਰ ਇਹ ਗੱਲ ਸਪਸ਼ਟ ਮੈਂ ਕਰਦੇ ਹਾਂ ਕਿ ਜਥੇਦਾਰ ਜਿਹੜੇ ਬਾਦਲ ਦੀ ਜੇਬ 'ਚੋਂ ਨਿਕਲੇ ਨੇ ਤੇ ਜਿਹੜੇ ਲੌਂਗੋਵਾਲ ਉਹਨਾਂ ਦੀ ਜੇਬ 'ਚੋਂ ਨਿਕਲਿਆ ਹੈ, ਇਹਨਾਂ ਦਾ ਆਪਸ ਦੇ ਵਿੱਚ ਇੱਕ ਨੈਕਸਸ ਹੈ। ਇਹ A=B, B=C, ਇਹਦਾ ਮਤਲਬ ਹੈ A=C। ਭਾਵ ਕਹਿਣ ਦਾ ਕਿ ਬਾਦਲਾਂ ਦੀ ਜੇਬ 'ਚੋਂ ਲੌਂਗੋਵਾਲ ਨਿਕਲਦਾ ਹੈ, ਬਾਦਲਾਂ ਦੀ ਜੇਬ 'ਚੋਂ ਜਥੇਦਾਰ ਨਿਕਲਦਾ ਹੈ। ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਇਹ ਬਾਦਲ ਦੀ ਇੱਕ ਰੈਪਲਿਕਾ ਨੇ, ਬਾਦਲ ਦੀ ਇੱਕ ਦੂਸਰੀ ਪਿਕਚਰ ਹੈ, ਦੂਸਰੀ ਇਮੇਜ ਹੈਗੀ ਹੈ। ਸੋ ਸਾਨੂੰ ਇਹਨਾਂ ਤੋਂ ਬਿਲਕੁਲ ਵੀ ਕਿਸੇ ਕਿਸਮ ਦੀ ਇਨਸਾਫ ਦੀ ਆਸ ਨਹੀਂ ਹੈਗੀ। ਇਹ ਫਰੈਂਡਲੀ ਮੈਚ ਖੇਡਦੇ ਨੇ ਆਪਸ ਵਿੱਚ। ਸੋ 328 ਸਰੂਪਾਂ ਦਾ ਮਸਲਾ ਅਜੇ ਖਤਮ ਨਹੀਂ ਹੋਇਆ। ਇਸ ਮਸਲੇ ਨੂੰ ਅਸੀਂ ਆਉਣ ਵਾਲੀ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਸੰਗਤਾਂ ਤੱਕ ਲੈ ਕੇ ਜਾਵਾਂਗੇ। ਲਗਾਤਾਰ ਇਹ ਮਸਲਾ ਜਿਹੜਾ ਹੈ ਉਹ ਚੱਲਦਾ ਰਹੇਗਾ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਜਿਹੜਾ ਹੈ ਐਂਟੀ ਬਾਦਲ ਇੱਕ ਮੰਚ ਤਿਆਰ ਹੋਣਾ ਚਾਹੀਦਾ ਹੈ। ਐਂਟੀ ਬਾਦਲ ਮੰਚ ਇੱਕ ਸਾਂਝਾ ਤਿਆਰ ਹੋਣਾ ਚਾਹੀਦਾ ਹੈ। ਸੀਟਾਂ ਦੀ ਐਡਜਸਟਮੈਂਟਸ ਹੋਣੀ ਚਾਹੀਦੀਆਂ ਨੇ ਜਿਹਦੇ ਨਾਲ ਕਿ ਬਾਦਲਾਂ ਨੂੰ ਪੰਥ ਦੇ ਇਸ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਸਫਾਇਆ ਕੀਤਾ ਜਾ ਸਕੇ। ਐਸਜੀਪੀਸੀ ਇਲੈਕਸ਼ਨ ਤੇ ਸਪਸ਼ਟ ਕਰ ਚੁੱਕਿਆ ਪ੍ਰੋਫੈਸਰ ਸਾਹਿਬ ਵੀ, ਜਿਵੇਂ ਜਸਵਿੰਦਰ ਸਿੰਘ ਨੇ ਕਿਹਾ ਸੀ ਐਸਜੀਪੀਸੀ ਇਲੈਕਸ਼ਨਾਂ ਦੇ ਵਿੱਚ ਹਮ ਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਤੇ ਦੂਜੇ ਪਾਸੇ ਜੇ ਬਾਦਲ ਪਰਿਵਾਰ ਦੀ ਗੱਲ ਕੀਤੀ ਆ ਤੇ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਜਿੰਨੀਆਂ ਵੀ ਹਮ ਖਿਆਲੀ ਪਾਰਟੀਆਂ ਵਾ ਸਾਰਿਆਂ ਨੂੰ ਇੱਕ ਮੁੱਠ ਹੋਣ ਦੀ ਗੱਲ ਕੀਤੀ ਆ ਤੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਗੱਲ ਕੀਤੀ ਆ, ਜਿਹਦੇ ਨਾਲ ਕਿ ਅਕਾਲ ਯੂਥ ਵੀ ਇੱਕ ਵੱਡੀ ਭੂਮਿਕਾ ਨਿਭਾਊਗਾ, ਜਿਹਦੇ ਵਿੱਚ ਆਉਣ ਵਾਲੀ ਇਲੈਕਸ਼ਨ ਦੀ ਗੱਲ ਐਸਜੀਪੀਸੀ ਦੀ ਇਲੈਕਸ਼ਨ ਦੇ ਵਿੱਚ ਵੀ ਇੱਕ ਵਧੀਆ ਭੂਮਿਕਾ ਹੋਵੇਗੀ। ਵੇਖਦੇ ਹਾਂ ਐਸਜੀਪੀਸੀ ਇਲੈਕਸ਼ਨ ਜਿਹੜੀ ਕਿ 6 ਮਹੀਨੇ ਦੇ ਵਿੱਚ ਸ਼ਾਇਦ ਆ ਰਹੀ ਹੈ ਤੇ ਉਹਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਊਗਾ ਅਕਾਲ ਯੂਥ ਤੇ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਇਆ ਗਿਆ ਯੂਥ ਇੱਕ ਨਿਵੇਕਲੀ ਪਹਿਲਕਦਮੀ ਕਰੂਗਾ। ਥੋੜਾ ਸਮਾਂ ਹੋਰ ਆ, ਪ੍ਰੋਫੈਸਰ ਸਾਹਿਬ ਵੀ ਦੱਸ ਚੁੱਕੇ ਆ, ਜਸਵਿੰਦਰ ਸਿੰਘ ਜਾਂ ਜਿਹੜੇ ਵੀ ਇੱਥੇ ਵੀਰ ਆਏ ਸੀ ਹਰ ਇੱਕ ਨੇ ਇਹੋ ਗੱਲ ਕੀਤੀ ਕਿ ਸਾਨੂੰ ਇੱਕ ਬਹੁਤ ਵੱਡੀਆਂ ਆਸਾਂ ਵਾ ਯੂਥ ਨੂੰ। ਇੱਥੋਂ ਯੂਥ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਗਲਬੇ ਤੋਂ ਬਾਹਰ ਨਿਕਲਿਆ ਜਾਵੇ ਤੇ ਪਤਿਤਪੁਣੇ ਦਾ ਸ਼ਿਕਾਰ ਹੋਏ ਯੂਥ ਨੂੰ ਵਾਪਸ ਸਿੱਖੀ ਦੇ ਵਿੱਚ ਲਿਆਂਦਾ ਜਾਵੇ ਤੇ ਜਿਹੜਾ ਨਸ਼ਿਆਂ ਦਾ ਰੁਝਾਨ ਹੈਗਾ ਵਾ, ਨਸ਼ਿਆਂ ਦੇ ਰੁਝਾਨ ਨੂੰ ਵੀ ਠੱਲ ਪਾਈ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।